ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਹੁ ਗੁਰੂ ਜੀ ਕਲ ਜੁਗ ਨਾਮੋ। ਦਰਸ਼ਨ ਕਰਬੇ ਕੋ ਮਮ ਕਾਮੋ। ਨਮੋ ਕਰਨ ਰਾਵਰ ਕੋ ਆਇਓ। ਪਰਖਨ ਹਿਤ ਮੈਂ ਕਪਟ ਦਿਖਾਇਓ। ਸੁਨਹੁ ਗੁਰੂ ਜੀ ਕਲ ਜੁਗ ਨਾਮੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ। ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪੈਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਭੁੱਲੀ ਹੋਈ ਲੁਕਾਈ ਨੂੰ ਪ੍ਰਭੂ ਦੇ ਸਿਮਰਨ ਦੇ ਵਿੱਚ ਲਾਉਣ ਵਾਸਤੇ ਸਤਿਗੁਰੂ ਜੀ ਨੇ ਇਹ ਜੋ ਪ੍ਰਚਾਰ ਫੇਰੀਆਂ ਕੀਤੀਆਂ ਹਨ। ਜਿਹੜੇ ਧਰਮ ਸਥਾਨ ਸਨ, ਇਹਨਾਂ ਸਥਾਨਾਂ 'ਤੇ ਵੀ ਜਿਹੜੇ ਲੋਕ ਇਕੱਠ ਕਰਕੇ ਧਰਮ ਦੇ ਨਾਂ ਦੇ ਉੱਤੇ ਪਖੰਡ ਕਰ ਰਹੇ ਸਨ, ਇਹਨਾਂ ਪਖੰਡਾਂ ਨੂੰ ਦੂਰ ਕਰਨ ਵਾਸਤੇ ਇੱਕ ਪ੍ਰਭੂ ਦੀ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਲਾਉਣ ਵਾਸਤੇ ਸਤਿਗੁਰੂ ਜੀ ਇਹਨਾਂ ਸਾਰੇ ਤੀਰਥਾਂ 'ਤੇ ਵੀ ਗਏ ਹਨ। ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤਾ ਸੀ ਸਤਿਗੁਰੂ ਉੜੀਸਾ ਦੇ ਵਿੱਚ ਜਿਹੜਾ ਕਟਕ ਜ਼ਿਲ੍ਹਾ ਹੈ, ਮੰਗੂ ਮੱਠ ਦੇ ਵਿੱਚ, ਜਿੱਥੇ ਅੱਜ ਆਰਤੀ ਸਾਹਿਬ ਆਪਾਂ ਗੁਰਦੁਆਰੇ ਦੇ ਦਰਸ਼ਨ ਕਰਦੇ ਹਾਂ, ਇੱਥੇ ਮਹਾਰਾਜ ਜੀ ਨੇ ਪਹੁੰਚ ਕੇ ਇਹਨਾਂ ਦੇ ਅੰਦਰੋਂ ਇਹ ਭਰਮ ਦੂਰ ਕੀਤਾ ਤੇ ਜੋ ਇਤਨਾ ਵਿਸ਼ਾਲ ਪ੍ਰਭੂ ਹੈ, ਜਿਸ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਸੁੱਤੇ ਸਿੱਧੀ ਆਰਤੀ ਹੋ ਰਹੀ ਹੈ, ਇਹ ਸਤਿਗੁਰੂ ਸਾਹਿਬ ਜੀ ਨੇ ਦਰਸਾਇਆ ਤੇ ਪਾਵਨ ਸ਼ਬਦ ਜੋ ਹੈ ਧਨਾਸਰੀ ਰਾਗ ਦੇ ਵਿੱਚ ਉਚਾਰਨ ਕਰਕੇ ਉਪਦੇਸ਼ ਦਿੱਤਾ ਸੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਇਹਨਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਇਸ ਤੋਂ ਅੱਗੇ ਗਏ ਹਨ। ਜਿੱਥੇ ਬਹੁਤ ਘਣਾ ਜੰਗਲ ਸੀ, ਉੱਥੇ ਸਤਿਗੁਰੂ ਜਾ ਕੇ ਬਿਰਾਜਮਾਨ ਹੋਏ ਨੇ। ਭਾਈ ਬਾਲਾ ਜੀ ਕਹਿੰਦੇ ਕਿ ਭਾਈ ਮਰਦਾਨਾ ਵੀ ਨਾਲ ਸਨ। ਥੋੜ੍ਹੇ ਚਿਰ ਦੇ ਵਿੱਚ ਗੇਰੂ ਰੰਗੀ ਲਾਲ ਰੰਗ ਦੀ ਜਿਹੜੀ ਹਨੇਰੀ ਸੀ ਉਹ ਚੱਲੀ ਹੈ ਤੇ ਜਿਸ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ। ਬਹੁਤ ਕਿੰਕਰ ਉੱਡੀ ਹੈ, ਬਹੁਤ ਧੂੜ ਉੱਡੀ ਹੈ। ਥੋੜ੍ਹੇ ਚਿਰ ਦੇ ਬਾਅਦ ਫਿਰ ਕਾਲੀਆਂ ਘਟਾਵਾਂ ਚੜ੍ਹ ਆਈਆਂ, ਆਕਾਸ਼ ਤੋਂ ਗੜੇ ਵਰਨ ਲੱਗੇ, ਮਾਨੋ ਕਿ ਵੱਡੇ ਪੱਥਰ ਹੀ ਥੱਲੇ ਆ ਰਹੇ ਹੋਣ। ਇਹ ਦੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ ਇੱਥੇ ਜੰਗਲ ਵਿੱਚ ਲਿਆ ਕੇ ਮਾਰਿਆ ਜੇ, ਇੱਥੇ ਤਾਂ ਕਬਰ ਕਫਨ ਵੀ ਨਸੀਬ ਨਹੀਂ ਹੋਣਾ। ਸੁਣ ਕੇ ਸਤਿਗੁਰੂ ਮੁਸਕਰਾਏ ਤੇ ਭਾਈ ਮਰਦਾਨਾ ਜੀ ਦੇ ਤਾਈਂ ਕਹਿਣ ਲੱਗੇ ਕਿ ਤੂੰ ਕਿਉਂ ਭੈ ਮੰਨਿਆ ਹੈ, ਨਿਸ਼ਚਿੰਤ ਹੋ ਕੇ ਅਡੋਲ ਰਹਿ, ਤੇਰੇ ਤੱਕ ਇਹ ਨਹੀਂ ਪਹੁੰਚੇਗਾ। ਇੰਨੇ ਚਿਰ ਦੇ ਵਿੱਚ ਉਹਨੇ ਆਪਣਾ ਭਿਆਨਕ ਰੂਪ ਧਾਰਨ ਕੀਤਾ। ਇੱਕ ਦਿਓ ਨੇ ਜਿਸ ਦਾ ਸਿਰ ਮਾਨੋ ਆਕਾਸ਼ ਦੇ ਵਿੱਚ ਜਾ ਕੇ ਲੱਗਦਾ ਤੇ ਪੈਰ ਪਤਾਲ ਦੇ ਵਿੱਚ ਜਾ ਕੇ ਲੱਗਦੇ ਸਨ, ਜਿਸ ਦੀਆਂ
ਨੱਕ ਦੀਆਂ ਨਾਸਕਾਂ ਤੇ ਕੰਨ ਮਾਨੋ ਵੱਡੇ ਹਨੇਰੀ ਵਾਲੀਆਂ ਗੁਫਾਵਾਂ ਹੋਣ। ਬੜਾ ਭਿਆਨਕ ਜਿਸ ਦਾ ਕਰੂਪ ਦੇਖ ਕੇ ਭਾਈ ਮਰਦਾਨਾ ਬਹੁਤ ਹੈਰਾਨ ਹੋਏ। ਕਹਿਣ ਲੱਗੇ, ਮਹਾਰਾਜ ਹਨੇਰੀ ਤੋਂ ਬਚਿਆ ਤੇ ਦੈਂਤ ਖਤਮ ਕਰੇਗਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਤੂੰ ਵਾਹਿਗੁਰੂ ਜਪ, ਤੇਰਾ ਇਹ ਕੁਝ ਵੀ ਨਹੀਂ ਵਿਗਾੜ ਸਕਦਾ। ਫਿਰ ਇਸ ਨੇ ਬੜੇ ਯਤਨ ਕੀਤੇ ਪਰ ਸਤਿਗੁਰੂ ਅਡੋਲ ਰਹੇ। ਇਹ ਜਾਣ ਗਿਆ ਕਿ ਪੂਰਨ ਪੁਰਖਾਨ ਪ੍ਰਭੂ ਦੇ ਅਵਤਾਰ ਨੇ। ਫਿਰ ਦੇਹ ਧਾਰ ਕੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਇਆ। ਜਿਸ ਨੇ ਆਪਣੇ ਹੱਥ ਵਿੱਚ ਜੀਭਾ ਫੜੀ ਸੀ ਤੇ ਦੂਜੇ ਹੱਥ ਵਿੱਚ ਇੰਦਰੀ ਸੀ, ਆ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸੋ ਉਸ ਵਕਤ ਸਤਿਗੁਰੂ ਜੀ ਪੁੱਛਦੇ ਹਨ, ਮਹਾਰਾਜ ਕਹਿਣ ਲੱਗੇ ਕਿ ਤੇਰਾ ਨਾਮ ਕੀ ਹੈ, ਤੂੰ ਕੌਣ ਹੈ, ਕਾਹਦੇ ਵਾਸਤੇ ਇਹਨਾਂ ਛਲ ਜਿਹੜਾ ਹੈ ਉਹ ਤੂੰ ਦਿਖਾਇਆ ਹੈ। ਸੋ ਸਤਿਗੁਰੂ ਜੀ ਨੇ ਬਚਨ ਕੀਤੇ, ਕੋ ਤਵ ਨਾਮ, ਕੀ ਤੇਰਾ ਨਾਮ ਹੈ, ਕੌਣ ਹੈ ਦੇਸ਼ਾ, ਤੇਰਾ ਦੇਸ਼ ਕਿਹੜਾ ਹੈ, ਕੌਣ ਕਾਜ ਹਿਤ ਚੱਲ ਕਰ ਆਇਓ, ਇਸ ਪ੍ਰਕਾਰ ਕਿਉਂ ਕਪਟ ਦਿਖਾਇਓ। ਏਦਾਂ ਤੂੰ ਛਲ ਕਿਉਂ ਧਾਰਨ ਕੀਤਾ ਏ। ਜਿਸ ਤਰ੍ਹਾਂ ਸਤਿਗੁਰੂ ਜੀ ਤੋਂ ਸੁਣ ਕੇ ਉੱਤਰ ਦੇਵੇਗਾ ਕਿ ਮੈਂ ਕੌਣ ਹਾਂ, ਕਿਉਂ ਆਇਆ ਹਾਂ, ਮੇਰੇ ਲੱਛਣ ਕੀ ਹਨ, ਕਿਹਨਾਂ ਉੱਤੇ ਮੈਂ ਆਪਣਾ ਜ਼ੋਰ ਪਾ ਲੈਣਾ, ਪ੍ਰਭਾਵ ਪਾ ਲੈਣਾ ਤੇ ਕੌਣ ਮੇਰੇ ਪ੍ਰਭਾਵ ਤੋਂ ਬਚ ਜਾਂਦੇ। ਇਹ ਸਾਰੀ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੀ ਜੋ ਅੰਮ੍ਰਿਤਮਈ ਪਾਵਨ ਕਥਾ ਹੈ, ਜਿਹੜੇ ਕੌਤਕ ਭਾਈ ਬਾਲਾ ਜੀ ਨੇ ਅੱਖੀਂ ਤੱਕੇ ਹਨ, ਇਹ ਸਾਰੇ ਕੌਤਕ ਜਿਹੜੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਡੂਰ ਦੀ ਧਰਤੀ ਤੇ ਸੁਣਾ ਰਹੇ ਹਨ। ਆਓ ਆਪਾਂ ਵੀ ਮਨ ਬਿਰਤੀਆਂ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਾਵਨ ਕਥਾ ਸਰਵਣ ਕਰੀਏ। ਸਮੁੱਚੀ ਸੰਗਤ ਦਿਓ ਅਸੀਂ ਸਾਰੇ ਹੀ ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਹੁ ਗੁਰੂ ਜੀ ਕਲ ਯੁਗ ਨਾਮੋ। ਜਦ ਸਤਿਗੁਰਾਂ ਨੇ ਇਸ ਨੂੰ ਪੁੱਛਿਆ ਹੈ ਕਿ ਤੇਰਾ ਨਾਮ ਕੀ ਹੈ, ਦੇਸ਼ ਕਿਹੜਾ ਹੈ, ਕਹਿਣ ਲੱਗਾ, ਸੁਨੋ ਗੁਰੂ ਜੀ ਕਲ ਯੁਗ ਨਾਮੋ, ਮੇਰਾ ਨਾਮ ਕਲਯੁਗ ਹੈ। ਦਰਸ਼ਨ ਕਰਬੇ ਕੋ ਮਮ ਕਾਮੋ। ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇੱਧਰ ਆਇਆ ਹਾਂ। ਨਮੋ ਕਰਨ ਰਾਵਰ ਕੋ ਆਇਓ। ਆਪ ਜੀ ਨੂੰ ਨਮਸਕਾਰ ਕਰਨ ਦੇ ਲਈ, ਦਰਸ਼ਨ ਕਰਨ ਦੇ ਲਈ ਆਇਆ ਹਾਂ। ਪਰਖਨ ਹਿਤ ਮੈਂ ਕਪਟ ਦਿਖਾਇਓ। ਮੈਂ ਪਰਖਣਾ ਕਰਨ ਵਾਸਤੇ, ਪਰਖਣ ਵਾਸਤੇ ਇਹ ਛਲ ਕੀਤਾ ਸੀ। ਜਿਸ ਤਰ੍ਹਾਂ ਅਵਤਾਰਾਂ ਨੂੰ, ਪੈਗੰਬਰਾਂ ਨੂੰ, ਭਗਤ ਜਨਾਂ ਨੂੰ, ਸੰਤਾਂ ਨੂੰ ਮਾਇਆ ਨੇ, ਕਲਯੁਗ ਨੇ ਪਰਖਣਾ ਚਾਹਿਆ ਕਿ ਜਿਸ ਤਰ੍ਹਾਂ ਅਧੂਰੇ ਡੋਲ ਜਾਂਦੇ ਨੇ ਕਿ ਇਹ ਵੀ ਡੋਲ ਸਕਦੇ ਨੇ, ਇਹ ਵੀ ਮੇਰੀ ਲਪੇਟ ਚ ਆਉਂਦੇ ਹਨ ਕਿ ਨਹੀਂ। ਇਸ ਕਰਕੇ ਕਲਯੁਗ ਕਹਿਣ ਲੱਗਾ ਕਿ ਮੈਂ ਤਾਂ ਕੇਵਲ ਪਰਖਣ ਵਾਸਤੇ ਆਇਆ ਸੀ। ਸ੍ਰੀ ਗੁਰ ਕਹੈ ਭਨੋ ਨਿਜ ਲਛਨ। ਸੁਣ ਕੇ ਗੁਰੂ ਜੀ ਕਹਿਣ ਲੱਗੇ, ਜੇ ਤੂੰ ਕਲਯੁਗ ਹੈ ਤੇ ਫਿਰ ਤੂੰ ਆਪਣੇ ਜਿਹੜੇ ਲੱਛਣ ਨੇ ਉਹ ਵੀ ਦੱਸ। ਕੋ ਤਵ ਸੈਨਾ ਸੰਗ ਬਿਚਸ਼ਨ। ਤੇ ਜੇ ਰਾਜਾ ਜਿਹੜਾ ਹੋਵੇ, ਜਿਹਦਾ ਰਾਜ ਹੋਵੇ ਤੇ ਉਹਦੀ ਸੈਨਾ ਵੀ ਹੁੰਦੀ ਹੈ, ਸਿਪਾਹੀ ਵੀ ਹੁੰਦੇ ਨੇ, ਤੂੰ ਦੱਸ ਕਿ ਹੁਣ ਤੇਰਾ ਰਾਜ ਹੈ, ਤੇਰੇ ਲੱਛਣ ਕਿਹੜੇ ਨੇ, ਤੇਰੀ ਸੈਨਾ ਕਿਹੜੀ ਹੈ, ਫੌਜ ਕਿਹੜੀ ਹੈ। ਕਿਸ ਪ੍ਰਕਾਰ ਕੀ ਤੁਝ ਸਿਕਦਾਰੀ। ਕਿਸ ਤਰ੍ਹਾਂ ਦੀ ਤੇਰੀ ਸਰਦਾਰੀ ਹੈ। ਸੁਨ ਕਲ ਯੁਗ ਪੁਨ ਗਿਰਾ ਉਚਾਰੀ। ਸਤਿਗੁਰੂ ਜੀ ਤੋਂ ਸੁਣ ਕੇ ਕਲਯੁਗ ਨੇ ਉੱਤਰ ਦਿੱਤਾ ਹੈ। ਕੂਕ ਸੂਰ ਸਭ ਕੀਰ ਅਗਾਰੀ। ਹਾਂ, ਕਹਿਣ ਲੱਗਾ ਕਿ ਸਭ ਤੋਂ ਅੱਗੇ ਮੇਰੀ ਫੌਜ ਦੇ ਚੱਲ ਰਿਹਾ ਹੈ ਝੂਠ। ਤੇ ਆਪਾਂ ਦੇਖਦੇ ਹਾਂ ਕਿ ਜਿਹੜਾ ਝੂਠ ਹੈ ਉਹ ਹਰੇਕ ਬੰਦੇ ਦੀ ਜ਼ੁਬਾਨ ਦਾ ਸ਼ਿੰਗਾਰ ਬਣਿਆ ਹੋਇਆ। ਕੂੜ ਫਿਰੈ ਪ੍ਰਧਾਨ ਵੇ ਲਾਲੂ। ਗੁਰਦੇਵ ਕਹਿੰਦੇ ਨੇ, ਦੱਸ ਤੇਰੇ ਲੱਛਣ ਕੀ ਨੇ ਕਲਯੁਗ। ਤੇ ਸਭ ਤੋਂ ਪਹਿਲਾਂ ਇਹਨੇ ਦੱਸਿਆ ਹੈ, ਕੂਰ ਸੂਰ ਸਭ ਕੇਰ ਅਗਾਰੀ। ਮੈਂ ਰਾਜਾ ਨਾ, ਤੇ ਮੇਰੀ ਜਿਹੜੀ ਸੈਨਾ ਹੈ, ਮੇਰਾ ਸਭ ਤੋਂ ਵੱਡਾ ਸੂਰਮਾ ਹੈ ਝੂਠ। ਤੇ ਕੋਈ ਵਿਰਲੇ ਨਾਮ ਰਸੀਏ ਜਿਹੜੇ ਨੇ ਝੂਠ ਤੋਂ ਬਚੇ ਨੇ। ਬਾਕੀ ਹਰ ਥਾਵਾਂ ਤੇ
ਪਰਿਵਾਰ ਦੇ ਵਿੱਚ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿੰਨੇ ਵੀ ਆਪਾਂ ਕਾਰੋਬਾਰ ਦੁਕਾਨ ਤੇ ਬੈਠੇ ਕਰ ਰਹੇ ਹਾਂ, ਜ਼ੁਬਾਨ ਦੇ ਉੱਤੇ ਝੂਠ ਚੜਿਆ ਹੋਇਆ ਹੈ। ਭਾਵੇਂ ਕੋਈ ਮਜ਼ਾਕ 'ਚ ਬੋਲੇ, ਭਾਵੇਂ ਕੋਈ ਕਾਰੋਬਾਰ ਕਰਨ ਵਾਸਤੇ ਬੋਲੇ, ਭਾਵੇਂ ਕੋਈ ਕਿਸੇ ਤੋਂ ਗੱਲ ਲੁਕਾਉਣ ਵਾਸਤੇ ਬੋਲੇ, ਪਰ ਗੁਰਦੇਵ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ, ਕਿ ਜਿਹੜਾ ਸਿੱਖ ਨੂੰ ਤੇ ਇਹੋ ਉਪਦੇਸ਼ ਹੈ ਗੁਰੂ ਦਾ ਕਿ ਹਮੇਸ਼ਾ ਉਹ ਸੱਚ ਦਾ ਸਹਾਰਾ ਲਵੇ, ਝੂਠ ਤੋਂ ਬਚੇ। ਕਿਉਂਕਿ ਕਲਯੁਗ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੇਰਾ ਜਿਹੜਾ ਸੂਰਮਾ ਹੈ ਨਾ, ਉਹ ਝੂਠ ਹੈ, ਤੇ ਜਿਹੜਾ ਝੂਠ ਬੋਲਣ ਵਾਲਾ ਹੈ ਉਹਦੀ ਅੰਦਰੋਂ ਜਿਹੜਾ ਮਨ ਹੈ ਉਹੀ ਕਮਜ਼ੋਰ ਹੋ ਜਾਂਦਾ ਹੈ। ਫਿਰ ਹੌਲੀ ਹੌਲੀ ਸਾਰੇ ਵਿਕਾਰ ਜਿਹੜੇ ਉਹ ਘਰ ਕਰਦੇ। ਕਹਿਣ ਲੱਗਾ ਕਿ ਕੂਰ ਸੂਰ ਸਭ ਕੇਰ ਅਗਾਰੀ, ਜਿਹੜਾ ਝੂਠ ਸੂਰਮਾ ਉਹ ਸਭ ਤੋਂ ਅੱਗੇ ਚੱਲਦਾ ਹੈ। ਚਲਤ ਤੁਜਾ ਵੱਡ ਕਰਮਨ ਤਾਰੀ। ਜਿਸ ਤਰ੍ਹਾਂ ਜਿਹੜੀਆਂ ਫੌਜਾਂ ਕਿਤੇ ਚੜ੍ਹਾਈ ਕਰਕੇ ਜਾਣ ਤੇ ਸਭ ਤੋਂ ਅੱਗੇ ਹੱਥ ਦੇ ਵਿੱਚ ਨਿਸ਼ਾਨ ਲੈ ਕੇ ਇੱਕ ਸੂਰਮਾ ਚੱਲਦਾ ਹੈ, ਤੇ ਉਹਦੇ ਤੋਂ ਪਤਾ ਲੱਗਦਾ ਹੈ ਕਿ ਫਲਾਣੇ ਫਲਾਣੇ ਰਾਜੇ ਦੀ ਫੌਜ ਆ ਰਹੀ। ਕਹਿਣ ਲੱਗਾ ਕਿ ਮੇਰਾ ਸੂਰਮਾ ਹੈ ਝੂਠ, ਤੇ ਉਹ ਸਭ ਤੋਂ ਅੱਗੇ ਆਪਣੇ ਹੱਥ ਦੇ ਵਿੱਚ ਝੂਠ ਦਾ ਨਿਸ਼ਾਨ ਲੈ ਕੇ ਚੱਲਦਾ ਹੈ। ਮੋਹ ਨਾਮ ਸਭ ਕੋ ਪੂਪਾਲਾ। ਤੇ ਹੁਣ ਅੱਗੇ ਦੱਸਦਾ ਹੈ ਕਿ ਮੋਹ ਨਾਮ ਸਭ ਕੋ ਪੂਪਾਲਾ, ਤੇ ਜਿਹੜਾ ਮੋਹ ਹੈ ਇਹ ਸਾਰਿਆਂ ਦਾ ਰਾਜਾ ਹੈ। ਸੈਨਾਪਤ ਹਿੰਸਾ ਜੋ ਬਿਸਾਲਾ। ਤੇ ਜਿਹੜੀ ਹਿੰਸਾ ਹੈ, ਹੱਤਿਆ ਹੈ, ਇਹ ਸੈਨਾਪਤੀ ਹਨ, ਜਿਹੜੀ ਹੱਤਿਆ ਕਰ ਦੇਣੀ। ਤੇ ਹੱਤਿਆ ਵੀ ਕਈ ਪ੍ਰਕਾਰ ਦੀ ਮੰਨੀ ਹੈ, ਜ਼ੁਬਾਨ ਦੀ ਹੱਤਿਆ ਮੰਨੀ ਹੈ। ਇਸੇ ਤਰ੍ਹਾਂ ਕੋਈ ਨਾ ਕੋਈ ਕੰਮਕਾਰ ਕਰਦਿਆਂ ਉੱਥੇ ਹੱਤਿਆ ਹੋ ਜਾਣੀ, ਪ੍ਰਤੱਖ ਹੱਤਿਆ ਹੋ ਜਾਣੀ। ਇਸ ਪ੍ਰਕਾਰ ਕਹਿਣ ਲੱਗਾ ਕਿ ਹੱਤਿਆ ਵੀ ਜਿਹੜੀ ਉਹ ਸੈਨਾਪਤੀ ਹੈ, ਮੋਹ ਜਿਹੜਾ ਉਹ ਰਾਜਾ ਹੈ। ਤੇ ਹੁਣ ਮੋਹ ਦੇ ਸਾਰੇ ਹੀ ਵਸੀਕਾਰ ਹਾਂ। ਮੋਹ ਦੇ ਵਿੱਚ ਆ ਕਰਕੇ ਜੀਵ ਕੀ ਨਹੀਂ ਕਰਦਾ, ਮਾੜੇ ਤੋਂ ਮਾੜਾ ਕੰਮ, ਚੋਰੀ ਯਾਰੀ। ਇਸੇ ਤਰ੍ਹਾਂ ਕਾਰੋਬਾਰਾਂ ਦੇ ਵਿੱਚ ਵੀ ਜਿਹੜਾ ਹੈ ਉਹ ਝੂਠ ਬੋਲ ਕੇ ਹੱਕ ਪਰਾਇਆ ਲੈ ਕੇ ਆਉਣਾ, ਕੇਵਲ ਮੋਹ ਦੇ ਵਸ ਹੋਏ ਕਿ ਮੈਂ ਆਪਣੇ ਘਰ ਲੈ ਕੇ ਚੱਲਾਂ। ਕਹਿੰਦਾ ਹੈ ਕਿ ਮੋਹ ਰਾਜਾ ਹੈ, ਤੇ ਜਿਹੜੀ ਹਿੰਸਾ ਹੈ ਇਹ ਸੈਨਾਪਤੀ ਹਨ ਬਹੁਤ ਵੱਡੇ। ਕਾਮ ਕ੍ਰੋਧ ਲੋਭ ਅਹੰਕਾਰਾ। ਕਾਮ ਕ੍ਰੋਧ ਲੋਭ ਤੇ ਅਹੰਕਾਰ ਸਭ ਜੋਦਾਏ ਗਜ ਅਸਵਾਰਾ। ਇਹ ਸਾਰੇ ਯੋਧੇ ਹਨ ਤੇ ਹਾਥੀ ਤੇ ਸਵਾਰ ਹੋਏ ਨੇ। ਕਿਉਂਕਿ ਜਿਹੜਾ ਰਾਜਾ ਹੁੰਦਾ ਹੈ ਉਹ 4 ਪ੍ਰਕਾਰ ਦੀ ਸੈਨਾ ਆਪਣੇ ਪਾਸ ਰੱਖਦਾ ਹੈ। ਹਾਥੀਆਂ ਦੀ ਸੈਨਾ, ਘੋੜ ਸਵਾਰ, ਪੈਦਲ ਚੱਲਣ ਵਾਲੇ ਤੇ ਰੱਥ ਅਸਵਾਰ। ਹੁਣ ਇਹ ਕਲਯੁਗ ਦੱਸਦਾ ਹੈ ਕਿ ਮੇਰੀ ਸਰਦਾਰੀ ਹੈ, ਮੋਹ ਰਾਜਾ ਹੈ, ਝੂਠ ਨਿਸ਼ਾਨ ਲੈ ਕੇ ਅੱਗੇ ਚੱਲ ਰਿਹਾ ਹੈ। ਕਾਮ ਕ੍ਰੋਧ ਲੋਭ ਤੇ ਅਹੰਕਾਰ ਇਹ ਹਾਥੀ ਤੇ ਚੜੇ ਹੋਏ ਸਵਾਰ ਸੂਰਮੇ ਹਨ। ਮਤਸਰ ਨਿੰਦਾ ਪੁੰਨ ਬਟਪਾਰੀ। ਮਤਸਰ ਈਰਖਾ ਕਰਨੀ, ਨਿੰਦਿਆ ਕਰਨੀ, ਇਹ ਰਸਤੇ 'ਚ ਲੁੱਟਣ ਵਾਲੇ ਜਿਹੜੇ ਡਾਕੂ ਹਨ। ਤ੍ਰਿਸ਼ਨਾ ਤੇ ਸਭ ਰਥ ਅਸਵਾਰੀ। ਤੇ ਤ੍ਰਿਸ਼ਨਾ ਇਹ ਸਾਰੇ ਰਥ ਦੇ ਉੱਤੇ ਚੜੇ ਹੋਏ ਸਵਾਰ ਸੂਰਮੇ। ਪਹਿਲੀ ਫੌਜ ਹੈ ਹਾਥੀਆਂ ਤੇ ਚੜੀ ਹੋਈ। ਕਾਮ ਕ੍ਰੋਧ ਲੋਭ ਅਹੰਕਾਰ ਇਹ ਯੋਧੇ ਹਾਥੀ ਤੇ ਸਵਾਰ ਚੜੇ ਹੋਏ ਸੂਰਮੇ ਹਨ। ਈਰਖਾ ਨਿੰਦਿਆ, ਤੇ ਨਿੰਦਿਆ ਤੇ ਹੁਣ ਕੋਈ ਵਿਰਲਾ ਹੀ ਬਚਿਆ ਹੈ, ਨਹੀਂ ਤਾਂ ਗੱਲ ਗੱਲ ਦੇ ਵਿੱਚ ਇੱਕ ਦੂਜੇ ਦੀ ਨਿੰਦਿਆ ਆਪਾਂ ਕਰਦੇ ਹਾਂ। ਸੋ ਜਿੱਥੇ ਕਿਸੇ ਪਾਪੀ ਬੰਦੇ ਦੀ ਨਿੰਦਿਆ ਕੀਤੀ ਜਾਂਦੀ ਹੈ, ਉੱਥੇ ਧਰਮੀਆਂ ਦੀ ਵੀ ਕਿਹੜੀ ਛੱਡ ਦਿੱਤੀ, ਉਹਨਾਂ ਦੀ ਵੀ ਨਿੰਦਿਆ ਕਰੀ ਜਾ ਰਹੇ ਹਾਂ। ਕਿਉਂਕਿ ਨਿੰਦਾ ਕਰਨ ਦਾ ਸੁਭਾਅ ਬਣਿਆ ਹੈ। ਦੂਜੇ ਦੀ ਨਿੰਦਿਆ ਸੁਣ ਕੇ ਮਨ ਪ੍ਰਸੰਨ ਬੜਾ ਹੁੰਦਾ ਹੈ, ਆਪ ਦੇ ਗੁਣ ਸੁਣ ਕੇ ਪ੍ਰਸੰਨ ਹੁੰਦਾ ਹੈ ਮਨ। ਕਹਿਣ ਲੱਗਾ ਕਿ ਈਰਖਾ ਨਿੰਦਿਆ ਜਿਹੜੇ ਰਸਤੇ ਦੇ ਲੁਟੇਰੇ ਹਨ। ਤ੍ਰਿਸ਼ਨਾ ਇਹ ਰੱਥ ਤੇ ਚੜੇ ਹੋਏ ਸਵਾਰ ਸੂਰਮੇ ਨੇ। ਆਲਸ ਜੂਪ ਬਾਰਨੀ ਪਾਨਾ। ਆਲਸ ਜੂਆ ਖੇਡਣਾ, ਬਾਰਨੀ ਪਾਨਾ ਨਾਮ ਹੈ ਸ਼ਰਾਬ ਦਾ। ਦੁਰਾਚਾਰ ਸਭ ਛੱਡੇ ਕੇ ਕਾਨਾ। ਤੇ ਕਿਸੇ ਨਾਲ ਭੈੜਾ ਜਿਹੜਾ ਵਰਤਾਵ ਕਰਨਾ, ਇਹ ਘੋੜਿਆਂ ਤੇ ਚੜੇ ਹੋਏ ਸੂਰਮੇ। 4 ਤਰ੍ਹਾਂ ਦੀ ਫੌਜ ਹੁੰਦੀ ਹੈ ਰਾਜੇ ਕੋਲ। ਪਹਿਲੀ ਫੌਜ ਹੈ ਹਾਥੀਆਂ ਤੇ ਸਵਾਰ, ਦੂਜੀ ਫੌਜ ਹੈ ਰੱਥਾਂ ਤੇ ਸਵਾਰ, ਹੁਣ ਤੀਜੀ ਫੌਜ ਹੈ ਜਿਹੜੀ ਘੋੜਿਆਂ ਵਾਲੀ ਫੌਜ ਹੈ। ਕਹਿਣ ਲੱਗਾ ਕਿ ਮਮਤਾ, ਆਲਸ, ਜੂਆ, ਬਾਰਨੀ ਪਾਨਾ, ਸ਼ਰਾਬ ਅਤੇ ਦੁਰਾਚਾਰ ਭੈੜਾ ਜਿਹੜਾ ਵਿਵਹਾਰ ਕਰਨਾ,
ਇਹ ਘੋੜਸਵਾਰ ਸੂਰਮੇ ਹਨ। ਮਮਤਾ ਵਿਸ਼ੇ ਨੇ ਆਸ਼ਾ ਜੋਏ। ਮਮਤਾ ਵਿਸ਼ਿਆਂ ਦੇ ਵਿੱਚ ਜਿਹੜੀ ਆਸਾ ਲੱਗੀ ਹੋਈ ਹੈ, ਇਹ ਸਾਰੇ ਹੀ ਚੋਰੀ ਪੈਦਲ ਲਖੀਐ ਸੋਏ। ਚੋਰੀ ਕਰ ਲੈਣੀ, ਭਾਵ ਪਰਾਈ ਦੀ ਵਸਤੂ ਸੋਹਣੀ ਦੇਖ ਕਰਕੇ ਲੁਕਾ ਲੈਣੀ ਜਾਂ ਆਪਣਾ ਉਹਦੇ ਤੇ ਹੱਕ ਜਮਾਉਣਾ, ਇਹ ਪੈਦਲ ਚੱਲਣ ਵਾਲੇ ਸੂਰਮੇ ਹਨ। ਦੋਹਰਾ ਔਰ ਗਣਨ ਕਿਹ ਲਗ ਕਰੋ। ਕਹਿਣ ਲੱਗਾ ਕਿ ਮਹਾਰਾਜ ਹੋਰ ਮੈਂ ਕਿੱਥੋਂ ਤੱਕ ਗਿਣ ਕੇ ਆਪਣੀ ਫੌਜ ਦੱਸਾਂ। ਜੋ ਚਤੁਰੰਗਨ ਸੈਨ। ਜਿਹੜੀ 4 ਪ੍ਰਕਾਰ ਦੀ ਸੈਨਾ ਹੈ, ਹਾਥੀਆਂ ਵਾਲੀ, ਰਥਾਂ ਵਾਲੀ, ਘੋੜਿਆਂ ਵਾਲੀ ਤੇ ਪੈਦਲ ਚੱਲਣ ਵਾਲੀ, ਇਹ 4 ਪ੍ਰਕਾਰ ਦੀ ਸੈਨਾ ਗਿਣ ਕੇ ਦੱਸੀ ਹੈ। ਸਭ ਤੋਂ ਪਹਿਲਾਂ ਜਿਹੜਾ ਝੂਠ ਹੈ, ਉਹ ਸੂਰਮਾ ਅੱਗੇ ਨਿਸ਼ਾਨ ਲੈ ਕੇ ਚੱਲ ਰਿਹਾ ਹੈ। ਕਾਮ, ਕ੍ਰੋਧ, ਲੋਭ, ਅਹੰਕਾਰ, ਇਹ ਹਾਥੀ ਤੇ ਚੜੀਆਂ ਫੌਜਾਂ ਹਨ। ਈਰਖਾ, ਨਿੰਦਿਆ, ਤ੍ਰਿਸ਼ਨਾ, ਇਹ ਰੱਥ ਤੇ ਚੜੀ ਫੌਜ ਹੈ। ਆਲਸ, ਜੂਆ, ਸ਼ਰਾਬ ਪੀਣੀ, ਭੈੜਾ ਵਿਵਹਾਰ ਕਰਨਾ, ਇਹ ਘੋੜਸਵਾਰ ਸੂਰਮੇ ਹਨ। ਮਮਤਾ, ਵਿਸ਼ਿਆਂ ਦੇ ਵਿੱਚ ਆਸਾ, ਚੋਰੀ ਕਰਨੀ, ਇਹ ਪੈਦਲ ਚੱਲਣ ਵਾਲੇ ਸੂਰਮੇ ਹਨ। ਤੇ ਹੋਰ ਮੈਂ ਕਿੰਨੀ ਕੁ ਆਪਣੀ ਫੌਜ ਗਿਣ ਕੇ ਦੱਸਾਂ। ਇਹ 4 ਪ੍ਰਕਾਰ ਦੀ ਜੋ ਸੈਨਾ ਹੈ। ਛੱਡ ਦੌੜੈ ਜਿਸ ਦਿਸ਼ਾ ਕੋ। ਇਹ ਚੜ ਕੇ ਸੂਰਮੇ ਜਿੱਧਰ ਨੂੰ ਵੀ ਜਾਂਦੇ ਹਨ। ਮਾਰ ਕਰੈ ਬਿਨ ਚੈਨ। ਤੇ ਬਿਨਾਂ ਚੈਨ ਤੋਂ ਲੋਕਾਂ ਨੂੰ ਕਰ ਦਿੰਦੇ ਹਨ ਤੇ ਆਪਣੀ ਮਾਰ ਐਸੀ ਮਾਰਦੇ ਨੇ। ਚਉਪਈ ਇਨੇ ਆਗੇ ਨਹਿ ਥਿਰ ਹਵੈ ਕੋ। ਇਹਨਾਂ ਸੂਰਮਿਆਂ ਦੇ ਅੱਗੇ ਦੱਸੋ ਕੌਣ ਥਿਰ ਰਹਿ ਸਕਦਾ ਹੈ। ਕੋਈ ਇੱਕ ਅੱਧਾ ਸੂਰਮਾ ਚੜ ਕੇ ਆ ਜਾਏ ਤੇ ਬੰਦਾ ਮੁਕਾਬਲਾ ਕਰ ਸਕਦਾ ਏ, ਪਰ ਜਦੋਂ ਵੱਡੀ ਗਿਣਤੀ ਦੇ ਵਿੱਚ ਫੌਜ ਚੜ ਕੇ ਆ ਜਾਏ ਫਿਰ ਤੇ ਕੋਈ ਵੱਡਾ ਸੂਰਮਾ ਹੋਵੇ, ਰੱਥੀ ਸੂਰਮਾ, ਤੇ ਉਹ ਸੂਰਮਾ ਹੀ ਇੰਨੀ ਫੌਜ ਦਾ ਮੁਕਾਬਲਾ ਕਰ ਸਕਦਾ ਹੈ। ਹੁਣ ਇੱਕ ਕਾਮ ਨੂੰ ਹੀ ਨਹੀਂ ਜਿੱਤਿਆ ਜਾਂਦਾ, ਕ੍ਰੋਧ ਨੂੰ ਜਿੱਤਣਾ ਔਖਾ ਹੈ, ਲੋਭ ਨੂੰ ਜਿੱਤਣਾ ਔਖਾ ਹੈ, ਅਹੰਕਾਰ ਨੂੰ ਜਿੱਤਣਾ ਬਹੁਤ ਔਖਾ ਹੈ। ਪਰ ਜਿੱਥੇ ਪੰਜੇ ਹੀ ਸਵਾਰ ਹੋ ਜਾਣ ਸੂਰਮੇ, ਭਗਤ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਐਸੇ ਇਹ ਸੂਰਮੇ ਹਨ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼। ਏਕ ਦੋਖ, 5 ਦੋਖ ਅਸਾਧ ਜਾਮੈ ਤਾਕੀ ਕੇ ਤਕਾਸ। ਜੇ ਇੱਕ ਹੀ ਸੂਰਮਾ ਕਿਸੇ ਤੇ ਸਵਾਰ ਹੋ ਜਾਵੇ ਤੇ ਬਚਣਾ ਔਖਾ ਹੈ, ਪਰ ਜੇ 5 ਭਾਰੂ ਹੋ ਜਾਣ ਤੇ ਫਿਰ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਇਹ ਕਹਿਣ ਲੱਗਾ ਕਿ ਜਿੱਧਰ ਨੂੰ ਵੀ ਮੇਰੇ ਸੂਰਮੇ ਜਾਂਦੇ ਨੇ, ਮਾਰ ਲਓ ਕਹਿ ਕੇ ਚੜ੍ਹਾਈ ਕਰਦੇ ਹਨ ਤੇ ਲੋਕਾਂ ਨੂੰ ਬਿਨਾਂ ਚੈਨ ਤੋਂ ਕਰ ਦਿੰਦੇ ਹਨ। ਕੋਟ ਮਦੇ ਵਿਰਲਾ ਕੋ ਹੋਊ। ਹੁਣ ਕਰੋੜਾਂ ਵਿੱਚੋਂ ਕੋਈ ਵਿਰਲਾ ਬਚਦਾ ਹੈ। ਜਗ ਮੈਂ ਕਰੀ ਲਥੇਰ ਪਥੇਰਾ। ਤੇ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਬਚਿਆ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਬਸੀ ਹੈ, ਉਹ ਇਸ ਦੀ ਮਾਰ ਤੋਂ ਬਚ ਜਾਂਦਾ ਹੈ। ਪਰ ਸਾਰੇ ਸੰਸਾਰ ਦੇ ਅੰਦਰ ਇਹਨਾਂ ਸੂਰਮਿਆਂ ਨੇ ਲਥੇਰ ਪਥੇਰ ਕਰ ਦਿੱਤੀ ਹੈ। ਕਿਸਹੂ ਮਹਿ ਧੀਰਜ ਨਹਿ ਹੇਰਾ। ਕਿਸੇ ਦੇ ਵਿੱਚ ਧੀਰਜ ਹੌਸਲਾ ਨਹੀਂ ਛੱਡਿਆ। ਪੁਰਾਣੇ ਸਮਿਆਂ ਦੇ ਵਿੱਚ ਬਹੁਤ ਹੌਸਲੇ ਹੁੰਦੇ ਸਨ, ਪਰ ਹੁਣ ਬੰਦਾ ਛੇਤੀ ਕਾਹਲਾ ਪੈ ਜਾਂਦਾ ਹੈ ਕਿ ਮੇਰਾ ਕੰਮ ਹੁਣੇ ਹੋਣਾ ਚਾਹੀਦਾ ਹੈ। ਭਾਵੇਂ ਜਿੱਦਾਂ ਮਰਜ਼ੀ ਕਰੋ, ਭਾਵੇਂ ਰਿਸ਼ਵਤ ਲੈ ਕੇ ਕਰੋ, ਭਾਵੇਂ ਕੋਈ ਬੰਦਿਆਂ ਦੇ ਜ਼ੋਰ ਨਾਲ ਕਰਾਇਆ ਜਾਵੇ। ਇਸ ਤਰ੍ਹਾਂ ਬੰਦੇ ਦੇ ਅੰਦਰ ਧੀਰਜ, ਜਿਹੜਾ ਹੌਸਲਾ ਸੀ, ਉਹ ਨਹੀਂ ਰਿਹਾ। ਕੋਟ ਮਵਾਸੀ ਸਭ ਚੜ ਮਾਰੇ। ਤੇ ਕੋਟ ਮਵਾਸੀ ਸਭ ਚੜ ਮਾਰੇ। ਇਹਨਾਂ ਸੂਰਮਿਆਂ ਨੇ ਵੱਡੇ ਵੱਡੇ ਜਿਹੜੇ ਕਿਲਿਆਂ ਦੇ ਆਕੀ ਸਨ, ਸਾਰੇ ਖਤਮ ਕਰ ਦਿੱਤੇ। ਜਿਹੜੇ ਆਪਣੇ ਆਪ ਨੂੰ ਸੰਨਿਆਸੀ ਕਹਾਉਂਦੇ ਸਨ, ਵੱਡੇ ਤਾਕਤਵਰ ਕਹਾਉਂਦੇ ਸਨ ਕਿ ਕਲਯੁਗ ਦੀ ਮਾਰ ਤੋਂ ਅਸੀਂ ਬਚ ਗਏ ਹਾਂ, ਸਾਡੇ ਤੇ ਵਕਾਰ ਭਾਰੂ ਨਹੀਂ ਹੋ ਸਕਦੇ। ਕਹਿਣ ਲੱਗਾ ਕਿ ਕਿਲਿਆਂ ਦੇ ਜਿਹੜੇ ਆਕੀ ਸਨ ਵੱਡੇ ਵੱਡੇ ਮੈਂ ਜਿੱਤ ਲਏ ਹਨ। ਕੋਹਨੇ ਠਾਂਡ ਭਇਓ ਸਭ ਹਾਰੇ। ਕੋਈ ਵੀ ਮੇਰੇ ਅੱਗੇ ਸਾਬਤ ਨਹੀਂ ਰਿਹਾ, ਸਾਰੇ ਮੇਰੀ ਮਾਰ ਦੇ ਅੱਗੇ, ਮੇਰੇ ਸੂਰਮਿਆਂ ਅੱਗੇ ਹਾਰ ਗਏ। ਦੰਭ ਨਾਮ ਜੋ ਮੇਰੋ ਜੋਧਾ। ਤੇ ਜਿਹੜਾ ਪਖੰਡ ਨਾਂ ਦਾ ਮੇਰਾ ਜੋਧਾ ਹੈ, ਸੂਰਮਾ ਹੈ, ਕਰੀ ਦਿਗ ਵਿਜੈ ਰਿੱਧ ਤਰ ਕ੍ਰੋਧਾ। ਇਹਨੇ ਆਪਣੇ ਅੰਦਰ ਬਹੁਤਾ ਕ੍ਰੋਧ ਧਾਰ ਕੇ ਤੇ ਦਿਗ ਵਿਜੇ ਕੀਤੀ ਹੈ, ਸਾਰੀਆਂ ਦਿਸ਼ਾਵਾਂ ਨੂੰ ਜਿੱਤ ਲਿਆ ਹੈ। ਕੋਈ ਵਿਰਲੇ ਹੀ ਹਨ ਜਿਹੜੇ ਬਚੇ ਹੋਣਗੇ, ਨਹੀਂ ਤਾਂ ਬੰਦਾ ਦਿਖਾਵੇ ਵਾਸਤੇ ਬਹੁਤ ਕਰਮ ਕਰਦਾ ਹੈ। ਇਹ ਕਹਿਣ ਲੱਗਾ ਕਿ ਪਖੰਡ ਨਾਂ ਦਾ ਮੇਰਾ ਯੋਧਾ ਹੈ, ਕਲਯੁਗ ਕਹਿੰਦਾ ਏ,
ਤੇ ਇਹਨੇ ਸਾਰੇ ਪਾਸੇ ਕ੍ਰੋਧ ਧਾਰ ਕੇ ਜਿੱਤਿਆ ਹੈ। ਲੈ ਕਰ ਸੰਗ ਸਹਾਇਕ ਸੋਊ, ਲੈ ਕੇ ਆਪਣੀਆਂ ਫੌਜਾਂ ਨੂੰ ਨਾਲ, ਜਿਹ ਤੇ ਬਚਿਓ ਥਾਨ ਨਹਿ ਕੋਊ। ਤੇ ਕੋਈ ਵੀ ਇਹ ਮੇਰੀ ਫੌਜ ਤੋਂ ਬਚਿਆ ਨਹੀਂ ਹੈ, ਕੋਈ ਵੀ ਥਾਂ ਐਸਾ ਖਾਲੀ ਨਹੀਂ ਹੈ। ਇਸ ਪ੍ਰਕਾਰ ਕੀ ਮਮ ਕਿਰਸਿਕਦਾਰੀ, ਇਹ ਕਲਯੁਗ ਕਹਿਣ ਲੱਗਾ ਮਹਾਰਾਜ ਇਸ ਤਰ੍ਹਾਂ ਦੀ ਮੇਰੀ ਸਰਦਾਰੀ ਹੈ। ਸੁਨ ਸ੍ਰੀ ਨਾਨਕ ਗਿਰਾ ਉਚਾਰੀ। ਇਹ ਸੁਣ ਕੇ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਸ੍ਰੀ ਮੁਖ ਵਾਕ ਸ਼੍ਰੋਮਣੀ ਮੁਖ ਦੇ ਬਚਨ ਹਨ ਸਤਿਗੁਰਾਂ ਦੇ। ਜਿਸ ਸਿਕਦਾਰੀ ਤਿਸੈ ਖੁਆਰੀ। ਗੁਰਦੇਵ ਕਹਿੰਦੇ ਜਿਹੜਾ ਕਹਿੰਦਾ ਹੈ ਨਾ ਮੈਂ ਸਰਦਾਰ ਹਾਂ, ਤੇ ਸਰਦਾਰ ਨੂੰ ਹੀ ਖੁਆਰੀ ਹੁੰਦੀ ਹੈ, ਉਹਨੂੰ ਬਾਅਦ ਵਿੱਚ ਖਰਾਬ ਹੋਣਾ ਪੈਂਦਾ ਹੈ। ਜਾਂ ਜਿਹਦੀ ਸਰਦਾਰੀ ਹੋਵੇ, ਜਿਹਦਾ ਰਾਜ ਹੋਵੇ, ਤੇ ਸਾਰਾ ਕੁਝ ਉਹਦੇ ਸਿਰ ਤੇ ਹੀ ਆਉਂਦਾ ਹੈ। ਚਾਕਰ ਕੇਹੇ ਡਰਣਾ, ਤੇ ਜਿਹੜੇ ਪ੍ਰਭੂ ਦੇ ਚਾਕਰ ਬਣ ਗਏ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿ ਜਾਂਦਾ। ਜਿਹੜੇ ਪ੍ਰਭੂ ਦੇ ਚਾਕਰ ਹਨ, ਪ੍ਰਭੂ ਦੇ ਸੇਵਕ ਹਨ, ਉਹਨਾਂ ਦੀ ਰੱਖਿਆ ਕਰਨ ਵਾਲਾ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜਾਂ ਸਿਕਦਾਰ ਹੈ ਪਵੈ ਜੰਜੀਰੀ, ਜਿਹੜਾ ਸਰਦਾਰ ਹੈ ਉਹਦੇ ਗਲ ਦੇ ਵਿੱਚ ਜੰਜੀਰੀਆਂ ਪੈਂਦੀਆਂ ਹਨ। ਤਾਂ ਚਾਕਰ ਹੱਥੋਂ ਮਰਣਾ, ਫਿਰ ਪ੍ਰਭੂ ਦੇ ਚਾਕਰਾਂ ਦੇ ਹੱਥੋਂ ਹੀ ਵੱਡੇ ਵੱਡੇ ਸਰਦਾਰ ਖਤਮ ਹੁੰਦੇ ਹਨ। ਦੋਹਰਾ ਤੂੰ ਜੇ ਭਇਆ ਸਿਕਦਾਰ ਜਗ। ਗੁਰਦੇਵ ਕਹਿੰਦੇ ਜੇ ਤੂੰ ਜਗਤ ਵਿੱਚ ਹੁਣ ਸਰਦਾਰ ਬਣਿਆ ਹੈ, ਹਮ ਚਾਕਰ ਕਰਤਾਰ। ਅਸੀਂ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਾਕਰ ਹਾਂ। ਜਬ ਤੂੰ ਲੇਖਾ ਦਿਓਗੇ, ਜਦੋਂ ਤੂੰ ਲੇਖਾ ਦੇਣ ਆਵੇਂਗਾ, ਹੋਵੇ ਬਸੀ ਹਮਾਰ। ਫਿਰ ਸਾਡੇ ਵਾਸੀ ਪਵੇਂਗਾ ਨਾ, ਕਿਉਂਕਿ ਅਸੀਂ ਪ੍ਰਭੂ ਦੇ ਚਾਕਰ ਹਾਂ, ਪ੍ਰਭੂ ਦੇ ਸੇਵਕ ਹਾਂ, ਤੇ ਕੁਝ ਸੇਵਾਵਾਂ ਪ੍ਰਮਾਤਮਾ ਨੇ ਪ੍ਰਭੂ ਨੇ ਸਾਨੂੰ ਦਿੱਤੀਆਂ ਨੇ। ਜਦੋਂ ਤੇਰਾ ਲੇਖਾ ਹੋਵੇਗਾ ਨਾ ਕਲਯੁਗ, ਤੇ ਫਿਰ ਸਾਡੇ ਹੱਥੋਂ ਹੀ ਤੇਰੇ ਗਲ ਦੇ ਵਿੱਚ ਜੰਜੀਰਾਂ ਪੈਣਗੀਆਂ, ਕਿਉਂਕਿ ਲੇਖਾ ਤੇ ਸਾਰਿਆਂ ਨੂੰ ਹੀ ਦੇਣਾ ਪੈਂਦਾ ਹੈ। ਸਾਰੇ ਉਸ ਮਾਲਕ ਦੇ ਅਧੀਨ ਹਨ। ਸਤਿਗੁਰਾਂ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਗਾਵੈ ਰਾਜਾ ਧਰਮ ਦੁਆਰੇ, ਕਿ ਧਰਮ ਰਾਜਾ ਵੀ ਤੇਰੇ ਦੁਆਰ ਤੇ ਪਿਆ ਹੋਇਆ ਤੇਰੇ ਜਸ ਨੂੰ ਗਾ ਰਿਹਾ ਹੈ, ਤੇ ਬਾਅਦ ਵਿੱਚ ਉਹਨੂੰ ਵੀ ਲੇਖਾ ਦੇਣਾ ਪੈਂਦਾ ਹੈ ਕਿ ਕਾਲ ਹੂੰ ਕਿ ਕਾਲ ਹੋ, ਕਿ ਮੌਤ ਦੀ ਵੀ ਮੌਤ, ਮੌਤ ਦਾ ਵੀ ਅੰਤ ਕਰਨ ਵਾਲਾ ਉਹ ਪ੍ਰਭੂ ਪਰਮਾਤਮਾ ਹੈ, ਤੇ ਅਖੀਰ ਉਹਨੂੰ ਵੀ ਆਪਣਾ ਲੇਖਾ ਦੇਣਾ ਪੈਂਦਾ ਹੈ। ਇੱਥੋਂ ਤੱਕ ਕਿ ਲੇਖੇ ਤੋਂ ਤਾਂ ਵੱਡੇ ਵੱਡੇ ਦੇਵਤੇ ਵੀ ਨਹੀਂ ਬਚੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹਨਾਂ ਵੱਡੇ ਦੇਵਤਿਆਂ ਨੂੰ ਵੀ ਜਿਹੜਾ ਲੇਖਾ ਸੀ ਉਹ ਦੇਣਾ ਪਿਆ। ਤੇ ਗੁਰਦੇਵ ਕਹਿੰਦੇ ਕਲਯੁਗ ਫਿਰ ਤੂੰ ਕਿਸ ਤਰ੍ਹਾਂ ਬਚੇਂਗਾ। ਤੂੰ ਜੇ ਭਇਆ ਸਿਕਦਾਰ ਜਗ ਹਮ ਚਾਕਰ ਕਰਤਾਰ, ਜਬ ਤੂੰ ਲੇਖਾ ਦੇ ਗੋ ਹੋਵੇਂ ਬਸੀ ਹਮਾਰ। ਜਦੋਂ ਤੈਨੂੰ ਲੇਖਾ ਦੇਣਾ ਪਵੇਗਾ ਨਾ, ਅਸੀਂ ਵੀ ਪ੍ਰਭੂ ਦੇ ਚਾਕਰ ਹਾਂ, ਸੇਵਕ ਹਾਂ ਮਾਲਕ ਦੇ, ਫਿਰ ਸਾਡੇ ਹੱਥੀਂ ਹੀ ਤੇਰੇ ਗਲ ਜੰਜੀਰਾਂ ਪੈਣਗੀਆਂ। ਚੌਪਈ ਸੁਨ ਕਲਯੁਗ ਕਰ ਬੰਦਤ ਪਇਓ। ਜਦੋਂ ਇਹ ਬਚਨ ਸਤਿਗੁਰਾਂ ਦੇ ਮੁਖ ਤੋਂ ਸੁਣੇ ਨੇ, ਕਲਯੁਗ ਨੇ ਹੱਥ ਜੋੜ ਕੇ ਨਮਸਕਾਰ ਕਰਨ ਲੱਗਾ। ਦੀਨ ਹੋਏ ਬੋਲਨ ਅਸ ਕਯੋ, ਬਹੁਤ ਦੀਨ ਹੋ ਕੇ ਨਿਮਾਣਾ ਹੋ ਕੇ ਸਤਿਗੁਰਾਂ ਨੂੰ ਕਹਿੰਦਾ ਹੈ, ਇਸੀ ਹੇਤ ਮੈਂ ਤੁਮ ਟਿਗ ਆਇਓ। ਐ ਗੁਰਦੇਵ ਇਸੇ ਵਾਸਤੇ ਤਾਂ ਮੈਂ ਚੱਲ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਸ੍ਰੀ ਨਾਨਕ ਤੁਮ ਨਾਮ ਤਰਾਇਓ। ਮੈਨੂੰ ਪਤਾ ਹੈ ਕਿ ਐ ਪ੍ਰਭੂ ਜੀ ਆਪ ਜੀ ਨੇ ਅਵਤਾਰ ਧਾਰਿਆ ਹੈ ਤੇ ਨਾਨਕ ਨਾਮ ਧਰਾਇਆ ਹੈ। ਤੁਮ ਕਰਤਾਰ ਵਿਖੈ ਨਹਿ ਭੇਵਾ, ਤੁਹਾਡੇ ਵਿੱਚ ਕਰਤਾਰ ਵਿੱਚ ਪ੍ਰਭੂ ਵਿੱਚ ਕੋਈ ਭੇਦ ਨਹੀਂ ਹੈ। ਏਕ ਓੰਕਾਰ ਦੇਵ ਪਤ ਦੇਵਾ, ਏਕ ਓੰਕਾਰ ਸ੍ਰਿਸ਼ਟੀ ਦੇ ਰਚਣ ਵਾਲਿਓ ਤੇ ਦੇਵਤਿਆਂ ਦੇ ਦੇਵਤੇ ਹੋ, ਸ਼੍ਰੋਮਣੀ ਹੋ। ਭੇਟਾ ਲਿਹੋ ਕਿਰਤਾਰਥ ਕਰੀਏ। ਮਾਲਕ ਜੀ ਹੁਣ ਮੇਰੀ ਸਰਦਾਰੀ ਹੈ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਆਪ ਕਿਰਪਾ ਕਰੋ, ਹੁਣ ਮੇਰੇ ਹੱਥੋਂ ਕੋਈ ਭੇਟਾ ਸਵੀਕਾਰ ਕਰੋ, ਕੋਈ ਵਸਤੂ ਸਵੀਕਾਰ ਕਰ ਲਓ ਤੇ ਮੈਨੂੰ ਸਫਲਾ ਕਰ ਦਿਓ। ਕਿਉਂਕਿ ਜਿਹੜਾ ਸੇਵਕ ਹੈ, ਜਦੋਂ ਮਾਲਕ ਉਹਦੇ ਕੋਲੋਂ ਕੁਝ ਪ੍ਰਵਾਨ ਕਰ ਲੈਂਦਾ ਹੈ ਨਾ, ਤੇ ਫਿਰ ਸੇਵਕ ਦਾ ਜਿਹੜਾ ਉਹ ਸਮਾਂ ਸਫਲਾ ਹੋ ਜਾਂਦਾ ਹੈ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰਾ ਸਮਾਂ ਸਫਲਾ ਕਰੋ, ਮੇਰੇ ਕੋਲੋਂ ਕੁਝ ਭੇਟ ਲੈ ਲਓ। ਗੁਨਾਹ ਕੀਏ ਸਗਰੇ ਪਰ ਹਰੀਏ, ਜਿਹੜੇ ਮੈਂ ਗੁਨਾਹ ਕੀਤੇ ਹਨ ਕਿ ਮੈਂ ਆਪ ਜੀ ਨੂੰ ਪਛਾਣ ਨਾ ਸਕਿਆ ਪਹਿਲਾਂ, ਜੋ ਮੈਂ ਅਪਰਾਧ ਕੀਤੇ ਹਨ, ਗੁਨਾਹ ਕੀਤੇ ਨੇ, ਮੇਰੇ ਬਖਸ਼ ਦਓ। ਦੋਹਰਾ ਕੰਚਨ ਮੰਦਰ ਸੁੰਦਰੰ, ਜੇ ਆਪ ਜੀ ਮੈਨੂੰ ਹੁਕਮ ਕਰੋ
ਤੇ ਮੈਂ ਸੋਨੇ ਦੇ ਘਰ ਜਿਹੜੇ ਹਨ ਉਹ ਤਿਆਰ ਕਰਾ ਦਾਂ। ਰਤਨ ਜੜੇ ਜਿਨ ਮਾਹੇ ਉਹਨਾਂ ਘਰਾਂ ਦੇ ਵਿੱਚ ਸੋਹਣੇ ਰਤਨ ਜੜੇ ਹੋਣਗੇ। ਮੋਤੀ ਕੀ ਤੋਰਨ ਰੁਚਰ ਤੇ ਉਹਨਾਂ ਘਰਾਂ ਦੇ ਬਾਹਰ ਮੋਤੀ ਦੇ ਬੰਦਰਵਾਰ ਜਿਹੜੇ ਹਨ ਉਹ ਲੱਗੇ ਹੋਣਗੇ, ਮੋਤੀਆਂ ਦੀਆਂ ਮਾਲਾ ਲੱਗੀਆਂ ਹੋਣਗੀਆਂ। ਅਤ ਸੁਗੰਧ ਹਵੈ ਜਾਹੇ ਤੇ ਜਿਨ੍ਹਾਂ ਮਹੱਲਾਂ ਦੇ ਵਿੱਚ ਬਹੁਤ ਜ਼ਿਆਦੀਆਂ ਸੁਗੰਧੀਆਂ ਹੋਣਗੀਆਂ। ਚੌਪਈ ਕਸਤੂਰੀ ਕੁੰਗੂ ਇੰਨੀਆਂ ਸੁਗੰਧੀਆਂ ਘਰਾਂ ਨੂੰ ਜਿਹੜਾ ਹੈ ਸੁਗੰਧੀ ਦੇ ਸਹਿਤ ਕਰਨ ਵਾਸਤੇ, ਸੁਗੰਧਿਤ ਕਰਨ ਵਾਸਤੇ ਕਸਤੂਰੀ ਵਰਤਦੇ ਨੇ, ਕੇਸਰ ਵਰਤਦੇ ਹਨ। ਉਹਨਾਂ ਦਾ ਛਿੜਕਾ ਜਿਹੜਾ ਮੈਂ ਉਹਦੇ ਤੇ ਕਰਾਂਗਾ। ਚੰਦਨ ਕੇ ਸ਼ੁਭ ਲੇਪ ਕਰਾਵੋ ਤੇ ਸੋਹਣੇ ਮੰਦਰਾਂ ਦੇ ਵਿੱਚ ਚੰਦਨ ਦਾ ਲੇਪ ਜਿਹੜਾ ਉਹ ਕਰਾਵਾਂਗਾ। ਬੈਸਤ ਹੀ ਮਨ ਹੋਤ ਹੁਲਾਸਾ ਇੰਨੇ ਸੋਹਣੇ ਘਰ ਤੁਹਾਨੂੰ ਸੋਨੇ ਦੇ ਬਣੇ ਹੋਏ, ਮੋਤੀ ਜਿਹੜੇ ਵਿੱਚ ਜੜੇ ਹੋਣ ਤੇ ਚੰਦਨ ਦਾ ਲੇਪ ਕੀਤਾ ਹੋਵੇ, ਕੇਸਰ ਦਾ ਛਿੜਕਾ ਕੀਤਾ ਹੋਵੇ, ਇੰਨਾ ਸੁੰਦਰ ਘਰ ਬਣਾ ਕੇ ਤੁਹਾਡੇ ਚਰਨਾਂ 'ਚ ਭੇਟ ਕਰਾਂਗਾ ਕਿ ਬੈਠਦਿਆਂ ਹੀ ਮਨ ਪ੍ਰਸੰਨ ਹੋਵੇਗਾ। ਇਸ ਪ੍ਰਕਾਰ ਕੇ ਰੁਚਿਰ ਆਵਾਸਾ ਸਤਿਗੁਰੂ ਮੈਨੂੰ ਹੁਕਮ ਕਰੋ, ਮੇਰੇ ਵੱਲੋਂ ਭੇਟਾ ਪ੍ਰਵਾਨ ਕਰ ਲਓ ਤੇ ਇਹ ਸੁੰਦਰ ਘਰ ਮੇਰੇ ਵੱਲੋਂ ਲੈ ਲਓ। ਚਲੋ ਅਬੈ ਤਿਨ ਮੰਦਰ ਮਾਹੀ ਤੇ ਚਲੋ ਹੁਣੇ ਹੀ ਮੈਂ ਤੁਹਾਨੂੰ ਸੋਹਣੇ ਘਰ ਜਿਹੜੇ ਹਨ ਉਹ ਹੀਰੇ ਜੜਤ ਘਰ ਦੇਣਾ ਹਾਂ। ਤੁਮ ਇੱਛਾ ਜੇ ਲਿਆਓ ਇਹਾਹੀ ਜੇ ਆਪ ਜੀ ਚੱਲ ਕੇ ਨਹੀਂ ਜਾਣਾ ਕਿਤੇ, ਤੁਹਾਡੀ ਇੱਛਾ ਜੇ ਹੋਵੇ, ਤੁਹਾਡੀ ਆਗਿਆ ਹੋਵੇ, ਤੇ ਮੈਂ ਸੋਹਣੇ ਮਹਿਲ ਜਿਹੜੇ ਹਨ ਉਹ ਇੱਥੇ ਹੀ ਰਚ ਦੇਣਾ ਹਾਂ। ਲਿਹੁ ਉਪਾਇਨ ਇਹ ਗੁਣ ਖਾਨੀ ਐ ਗੁਣਾਂ ਦੀ ਖਾਨ ਮਾਲਕ ਜੀ ਕਿਰਪਾ ਕਰੋ ਤੇ ਸਾਡੇ ਵੱਲੋਂ ਇਹ ਭੇਟਾ ਸਵੀਕਾਰ ਕਰੋ। ਸੁਨ ਸ੍ਰੀ ਨਾਨਕ ਉਚਰੀ ਬਾਣੀ ਜਦੋਂ ਕਲਯੁਗ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ ਕਿ ਮੇਰੇ ਵੱਲੋਂ ਸੋਹਣਾ ਘਰ ਲੈ ਲਓ, ਜਿਹਦੇ ਵਿੱਚ ਮੋਤੀ ਜੜੇ ਹੋਣ, ਸੁਗੰਧੀਆਂ ਬਹੁਤ ਲੱਗੀਆਂ ਹੋਣ, ਸੋਹਣੇ ਅੰਦਰ ਆਸਣ ਹੋਣਗੇ, ਜਿਨ੍ਹਾਂ ਆਸਣਾਂ ਤੇ ਬੈਠਦੇ ਹੀ ਮਨ ਪ੍ਰਸੰਨ ਹੋ ਜਾਵੇਗਾ, ਉਹ ਭੇਟ ਮੇਰੇ ਵੱਲੋਂ ਲਓ। ਤੇ ਸਤਿਗੁਰੂ ਜੀ ਨੇ ਇਹਦੇ ਕੋਲੋਂ ਸੁਣ ਕੇ ਨਾ ਤੇ ਮਹਾਰਾਜ ਜੀਆਂ ਨੇ ਸ੍ਰੀ ਰਾਗ ਦੇ ਅੰਦਰ ਇਹ ਪਾਵਨ ਉਪਦੇਸ਼ ਸਾਡੇ ਕਲਿਆਣ ਵਾਸਤੇ ਬਖਸ਼ਿਆ ਸੀ। ਕਿਉਂਕਿ ਸਾਡੇ ਮਨ ਦੀ ਜਿਹੜੀ ਰੁਚੀ ਹੈ ਉਹ ਵੀ ਇਹ ਹੁੰਦੀ ਹੈ ਕਿ ਸੋਹਣੇ ਤੋਂ ਸੋਹਣਾ ਘਰ ਮੇਰਾ ਹੋਵੇ, ਤੇ ਜੇ ਕਿਤੇ ਗਵਾਂਢ ਦੇ ਵਿੱਚ ਕੋਈ ਘਰ ਬਣਿਆ ਤੇ ਉਹਦੇ ਨਾਲੋਂ ਵੀ ਮੇਰਾ ਸੋਹਣਾ ਬਣੇ, ਤੇ ਜੇ ਕਿਤੇ ਨਾਲ ਦੇ ਨੇ ਹੋਰ ਉੱਚਾ ਬਣਾਇਆ ਤੇ ਉਹਦੇ ਤੋਂ ਵੀ ਉੱਚਾ ਮੈਂ ਬਣਾਵਾਂ। ਪੈਸੇ ਭਾਵੇਂ ਕਿਤੋਂ ਵੀ ਲਿਆਂਦੇ ਜਾਣ, ਦਿਨ ਰਾਤ ਦਾ ਚੈਨ ਜਿਹੜਾ ਉਹ ਖਤਮ ਕੀਤਾ ਜਾਵੇ, ਹੱਕ ਪਰਾਇਆ ਮਾਰ ਕੇ ਲਿਆਂਦਾ ਜਾਵੇ, ਕਿਸੇ ਤਰ੍ਹਾਂ ਵੀ ਹੋਵੇ, ਮੇਰੇ ਸੋਹਣੇ ਘਰ ਹੋਣ, ਸੋਹਣੇ ਮਹਿਲ ਹੋਣ। ਇਹ ਮਹਾਰਾਜ ਜੀਆਂ ਨੇ ਉਸ ਵੇਲੇ ਉਪਦੇਸ਼ ਦਿੱਤਾ ਸੀ। ਸੁਨ ਸ੍ਰੀ ਨਾਨਕ ਉਚਰੀ ਬਾਣੀ, ਮਹਾਰਾਜ ਜੀਆਂ ਨੇ ਪਾਵਨ ਉਪਦੇਸ਼ ਦੇਣਾ ਕੀਤਾ। ਇੱਕ ਓੰਕਾਰ ਪਹਿਲਾ ਮੰਗਲ ਕਰਦੇ ਹਨ, ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਰਾਗ ਸ੍ਰੀ ਰਾਗ ਹੈ, ਮਹੱਲਾ ਪਹਿਲਾ। ਪਹਿਲੇ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਪਾਵਨ ਸ਼ਬਦ ਹੈ। ਪਹਿਲਾ ਇੱਥੇ ਗੁਰਮੁਖੀ 'ਚ ਪਹਿਲਾਂ ਲਿਖਿਆ ਹੈ, ਗਿਣਤੀ 'ਚ ਬਾਅਦ ਵਿੱਚ ਲਿਖਿਆ ਹੈ। ਇਹ ਤਾਂ ਕਰਕੇ ਗੁਰਮੁਖੀ ਵਿੱਚ ਪਹਿਲਾਂ ਲਿਖਿਆ ਹੈ ਕਿ ਇਸ ਨੂੰ ਪਹਿਲਾ ਉਚਾਰਨਾ ਹੈ। ਕੇਵਲ ਉਚਾਰਨੇ ਵਾਸਤੇ ਇਹ ਸਿੱਖਿਆ ਦਿੱਤੀ ਹੈ ਸਤਿਗੁਰੂ ਜੀ ਨੇ। ਕਈ ਵਾਰੀ ਅੱਖਰ ਗੁਰਮੁਖੀ 'ਚ ਲਿਖੇ ਪਹਿਲੇ ਮਿਲਣਗੇ ਪਹਿਲਾ, ਤੇ ਫਿਰ ਇੱਕ ਅੰਕ ਬਾਅਦ ਵਿੱਚ ਲਿਖਿਆ ਮਿਲੇਗਾ। ਜੇ ਗੁਰਮੁਖੀ 'ਚ ਪਹਿਲਾਂ ਆਵੇ ਤੇ ਇੱਕੋ ਵਾਰ ਪੜ੍ਹਨਾ ਹੈ ਮਹੱਲਾ ਪਹਿਲਾ। ਉਹ ਕੇਵਲ ਇਹ ਦਰਸਾਇਆ ਹੈ ਕਿ ਇਹਦਾ ਪਹਿਲਾ ਉਚਾਰਨ ਇਸ ਤਰ੍ਹਾਂ ਕਰੋ। ਤੇ ਜੇ ਅੰਕ ਵਿੱਚ ਪਹਿਲਾਂ ਆਵੇ ਤੇ ਗੁਰਮੁਖੀ 'ਚ ਬਾਅਦ ਵਿੱਚ ਲਿਖਿਆ ਆਵੇ ਤੇ ਫਿਰ ਦੋਨੋਂ ਉਚਾਰਨੇ ਹਨ। ਇੱਥੇ ਗੁਰਮੁਖੀ 'ਚ ਪਹਿਲਾਂ ਆਇਆ ਹੈ, ਇਸ ਕਰਕੇ ਅੰਕ ਵਿੱਚ ਬਾਅਦ ਵਿੱਚ ਲਿਖਿਆ ਹੈ। ਇੱਕੋ ਵਾਰੀ ਉਚਾਰਨ ਕਰਾਂਗੇ ਮਹੱਲਾ ਪਹਿਲਾ। ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸ੍ਰੀ ਰਾਗ ਅੰਦਰ ਇਹ ਪਾਵਨ ਸ਼ਬਦ ਹੈ। ਘਰ ਪਹਿਲਾ, ਰਾਗੀ ਸਿੰਘਾਂ ਨੂੰ ਪਹਿਲੇ ਘਰ ਸੁਰ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ। ਜਦੋਂ ਇਹਨੇ ਕਿਹਾ ਨਾ ਕਿ ਸੋਹਣੇ ਘਰ ਰਚ ਦੇਣਾ, ਜਿਨ੍ਹਾਂ ਵਿੱਚ ਮੋਤੀ ਲੱਗੇ ਹੋਣਗੇ, ਹੀਰੇ ਜੜੇ ਹੋਣਗੇ, ਤੇ ਗੁਰਦੇਵ ਜੀ ਨੇ ਉਚਾਰਨ ਕੀਤਾ ਇਹ ਪਾਵਨ ਸ਼ਬਦ ਮੋਤੀ ਤਾਂ ਮੰਦਰ ਉਸਰੈ, ਕਿ ਇਹਨੇ ਸੁੰਦਰ ਮੰਦਰ ਘਰ ਉਸਾਰ ਦੇ ਜਿਨ੍ਹਾਂ ਵਿੱਚ ਮੋਤੀ ਲੱਗੇ ਹੋਣ। ਰਤਨੀ ਤਾਂ ਹੋਏ ਜੜਾਓ, ਤੇ ਬਹੁਤ ਸੁੰਦਰ ਵਿੱਚ ਰਤਨ ਜੜੇ ਹੋਣ। ਕਸਤੂਰ ਕੁਗੂ ਅਗਰ ਚੰਦਨ ਲੀਪਿਆ ਵੈ ਚਾਓ। ਕਸਤੂਰੀ ਹਿਰਨ ਦੀ ਨਾਭੀ ਵਿੱਚੋਂ ਨਿਕਲਦੀ ਹੈ, ਜਿਹਦੇ ਵਿੱਚ ਬਹੁਤ ਸੁਗੰਧੀ ਹੁੰਦੀ ਹੈ। ਕੁੰਗੂ ਕੇਸਰ
ਅਗਰ ਸੁਗੰਧੀ ਵਾਲੀ ਲੱਕੜ, ਚੰਦਨ, ਇਹਨਾਂ ਸਾਰੀਆਂ ਚੀਜ਼ਾਂ ਦਾ ਉੱਤੇ ਲੇਪ ਕੀਤਾ ਹੋਵੇ ਤੇ ਦੇਖ ਕੇ ਮਨ ਵਿੱਚ ਬਹੁਤ ਚਾਉ ਪੈਦਾ ਹੁੰਦਾ ਹੋਵੇ ਕਿ ਇਹਨਾਂ ਘਰਾਂ 'ਚ ਹੀ ਆਪਾਂ ਰਹਿਣਾ। ਇੰਨੀਆਂ ਸੁਗੰਧੀਆਂ ਅੰਦਰੋਂ ਆਉਂਦੀਆਂ ਹੋਣ। ਇਹ ਸੁਗੰਧੀਆਂ ਤਾਂ ਹੀ ਛਿੜਕਾ ਕੀਤਾ ਜਾਂਦਾ ਹੈ ਨਾ ਕਿ ਬੰਦੇ ਦਾ ਮਨ ਜਿਹੜਾ ਅੰਦਰ ਟਿਕ ਜਾਵੇ, ਮਨ ਲੱਗ ਜਾਵੇ ਇਸ ਘਰ ਦੇ ਵਿੱਚ, ਤੇ ਸੁਗੰਧੀ ਦਾ ਆਨੰਦ ਲੈ ਕੇ ਬੰਦਾ ਇੱਥੋਂ ਬਾਹਰ ਨਿਕਲਣ ਲਈ ਤਿਆਰ ਨਾ ਹੋਵੇ। ਇੰਨੀਆਂ ਜਾਦੀਆਂ ਵਿੱਚ ਸੁਗੰਧੀਆਂ ਦਾ ਲੇਪ ਕੀਤਾ ਹੋਵੇ ਜਿਹਨੂੰ ਦੇਖ ਕਰਕੇ ਮਨ ਵਿੱਚ ਬੜਾ ਚਾਉ ਪੈਦਾ ਹੁੰਦਾ ਹੈ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੈ ਨਾਉ। ਗੁਰਦੇਵ ਕਹਿੰਦੇ ਸੋਹਣੇ ਮਹਿਲ ਦੇਖ ਕੇ, ਹੀਰੇ ਜੜਤ ਮਹਿਲ ਦੇਖ ਕਰਕੇ ਨਾ, ਮਤ ਦੇਖ ਭੂਲਾ ਵਿਸਰੈ, ਮਤਾਂ ਇਹ ਦੇਖ ਕਰਕੇ ਮੈਨੂੰ ਪ੍ਰਮਾਤਮਾ ਦੀ ਯਾਦ ਭੁੱਲ ਜਾਵੇ, ਤੇਰਾ ਚਿਤ ਨਾ ਆਵੈ ਨਾਉ। ਤੇ ਇਹ ਨਾ ਹੋਵੇ ਕਿ ਜਿਹੜਾ ਚਿੱਤ ਹੈ ਉਹ ਕੇਵਲ ਘਰ ਵਿੱਚ ਹੀ ਲੱਗ ਜਾਵੇ, ਇਹਨੂੰ ਤਿਆਰ ਕਰਨ ਵਿੱਚ ਹੀ ਲੱਗ ਜਾਵੇ ਕਿ ਮੇਰਾ ਘਰ ਇੰਨਾ ਕੁ ਬਣਿਆ, ਹੋਰ ਬਣਾਵਾਂ, ਹੋਰ ਤਿਆਰ ਕਰਾਂ, ਹੋਰ ਕਰਦਿਆਂ ਸਾਰੀ ਉਮਰ ਹੀ ਲੰਘ ਜਾਵੇ। ਤੇ ਫਿਰ ਇਹ ਨਾ ਹੋਵੇ ਕਿ ਪ੍ਰਭੂ ਤੇਰੀ ਯਾਦ ਭੁੱਲ ਜਾਵੇ, ਤੇਰਾ ਨਾਮ ਮੇਰੇ ਚਿੱਤ ਚੋਂ ਭੁੱਲ ਜਾਵੇ। ਹਰ ਬਿਨ ਜੀਉ ਜਲ ਬਲ ਜਾਓ। ਕਿਉਂਕਿ ਹਰੀ ਦੇ ਨਾਮ ਤੋਂ ਬਿਨਾ ਇਹ ਜਿਹੜੀ ਜਿੰਦ ਹੈ ਨਾ, ਇਹ ਜਲ ਬਲ ਜਾਓ, ਇਹ ਸੜ ਜਾਂਦੀ ਹੈ। ਕਿਤੇ ਨਹੀਂ ਲਿਖਿਆ ਕਿ ਘਰ ਤੋਂ ਬਿਨਾ, ਮਹਿਲ ਤੋਂ ਬਿਨਾ, ਸੋਹਣੇ ਆਸਣਾ ਤੋਂ ਬਿਨਾ ਬੰਦਾ ਸੜਦਾ ਹੈ। ਗੁਰਦੇਵ ਕਹਿੰਦੇ ਹਨ ਕਿ ਜੇ ਪ੍ਰਭੂ ਦੀ ਯਾਦ ਹਿਰਦੇ ਵਿੱਚ ਹੈ ਤੇ ਮਹਾਰਾਜ ਕਹਿੰਦੇ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣ। ਜੇ ਪ੍ਰਭੂ ਦੀ ਯਾਦ ਹਿਰਦੇ ਵਿੱਚ ਹੈ ਨਾ ਤੇ ਫਿਰ ਭੁੰਜੇ ਪੈਣਾ ਵੀ ਜਿਹੜਾ ਹੈ ਉਹ ਸ਼ੋਭਨੀਕ ਹੈ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਿਸ ਤਰ੍ਹਾਂ ਮਹਾਰਾਜ ਨੇ ਭਾਈ ਮੀਹੇ ਦੇ ਤਾਈਂ ਬਖਸ਼ਿਸ਼ ਕੀਤੀ ਸੀ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਪਰ ਗੁਰਦੇਵ ਕਹਿੰਦੇ ਕਿ ਸੋਹਣੇ ਘਰਾਂ ਦੇ ਵਿੱਚ, ਹੀਰੇ ਜੜਤ ਘਰਾਂ ਦੇ ਵਿੱਚ ਕਿਤੇ ਨਾਮ ਭੁੱਲ ਜਾਵੇ, ਉਹਦੀ ਯਾਦ ਭੁੱਲ ਜਾਵੇ ਤੇ ਫਿਰ ਜਿੰਦ ਦਾ ਕੀ ਬਣੇਗਾ। ਹਰ ਬਿਨ ਜੀਓ ਜਲ ਬਲ ਜਾਓ, ਹਰੀ ਦੇ ਨਾਮ ਤੋਂ ਬਿਨਾਂ ਤੇ ਇਹ ਜਿੰਦ ਜਿਹੜੀ ਇਹ ਸੜ ਜਾਂਦੀ ਹੈ। ਮੈਂ ਆਪਣਾ ਗੁਰ ਪੂਛ ਦੇਖਿਆ, ਮੈਂ ਆਪਣੇ ਗੁਰੂ ਨੂੰ, ਪ੍ਰਮਾਤਮਾ ਨੂੰ, ਅਕਾਲ ਪੁਰਖ ਨੂੰ ਪੁੱਛ ਕੇ ਦੇਖਿਆ ਹੈ। ਅਵਰ ਨਾਹੀ ਥਾਉ। ਕਿ ਇਸ ਸਾੜ ਤੋਂ ਬਚਣ ਵਾਸਤੇ ਨਾ ਨਾਮ ਰੂਪੀ ਜਲ ਹੀ ਕੰਮ ਆਉਂਦਾ ਹੈ। ਅਵਰ ਨਾਹੀ ਥਾਉ, ਹੋਰ ਕਿਤੇ ਵੀ ਸੋਹਣੇ ਮਹਿਲ ਮਾੜੀਆਂ ਵਿੱਚ ਰਹਿਣ ਦੇ ਨਾਲ, ਹੀਰੇ ਜੜਤ ਮਹਿਲਾਂ ਵਿੱਚ ਰਹਿਣ ਦੇ ਨਾਲ ਕਦੇ ਵੀ ਇਹ ਜਿੰਦ ਸੜਨੋਂ ਨਹੀਂ ਬਚਦੀ। ਕਿ ਜਿਹੜਾ ਦੁੱਖ ਬੰਦਾ ਦੁਖੀ ਹੋ ਰਿਹਾ, ਕੋਈ ਆਮ ਝੁੱਗੀ ਵਾਲਾ, ਤੇ ਦੁਖੀ ਤਾਂ ਮਹਿਲ ਮਾੜੀਆਂ ਵਾਲੇ ਵੀ ਹੋ ਰਹੇ ਨੇ, ਤੇ ਬਹੁਤੀ ਜਿਹੜੀ ਖੁਦਕੁਸ਼ੀ ਹੈ ਉਹ ਤਾਂ ਬਹੁਤੇ ਉੱਚੇ ਮਹੱਲਾਂ ਵਾਲੇ ਕਰ ਰਹੇ ਹਨ। ਇਸ ਕਰਕੇ ਗੁਰਦੇਵ ਕਹਿੰਦੇ ਨੇ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਤੇ ਇਹ ਜਿੰਦ ਸੜ ਜਾਂਦੀ ਹੈ। ਮੈਂ ਆਪਣੇ ਪ੍ਰਭੂ ਨੂੰ ਪੁੱਛ ਕੇ ਦੇਖਿਆ ਹੈ, ਮੈਂ ਆਪਣੇ ਗੁਰੂ ਤੋਂ ਪੁੱਛ ਕੇ ਦੇਖਿਆ। ਅਵਰ ਨਾਹੀ ਥਾਉ, ਇਹ ਰਹਾਉ ਵਾਲੀ ਪੰਕਤੀ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਵਰ ਨਾਹੀ ਥਾਉ, ਕਿ ਹੋਰ ਕਿਤੋਂ ਵੀ ਇਹ ਜਿੰਦ ਨੂੰ ਆਸਰਾ ਨਹੀਂ ਮਿਲ ਸਕਦਾ ਨਾਮ ਤੋਂ ਬਿਨਾ। ਰਹਾਉ ਹਾਂਜੀ। ਕੁੰਡਲੀਆ ਛੰਦ ਪੁਨ ਕਲ ਯੁਗ ਬੋਲਤ ਪਇਓ। ਇਹ ਸੁਣ ਕੇ ਫਿਰ ਕਲਯੁਗ ਕਹਿਣ ਲੱਗਾ, ਜੇ ਤੁਮ ਲਹੋ ਨਾ ਇਹ। ਕਹਿਣ ਲੱਗਾ ਮਹਾਰਾਜ ਜੇ ਤੁਸੀਂ ਇਹ ਮਹਿਲ ਨਹੀਂ ਲੈਣੇ, ਹੀਰੇ ਜੜਤ, ਫਿਰ ਮੇਰੀ ਬੇਨਤੀ ਸੁਣੋ। ਦੇਵਾ ਗਨ ਸ਼ੁਭ ਲੀਜੀਏ। ਤੇ ਫਿਰ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸੋਹਣੀਆਂ ਜਿਹੜੀਆਂ ਇਸਤਰੀਆਂ ਨੇ, ਉਹ ਅਪਸ਼ਰਾਂ ਜਿਹੜੀਆਂ, ਉਹ ਦੇਣਾ ਹਾਂ। ਜਿਨੇ ਅਤ ਸੁੰਦਰ ਦੇਹ। ਜਿਨ੍ਹਾਂ ਦੇ ਬਹੁਤ ਸੁੰਦਰ ਸਰੀਰ ਹੋਣਗੇ। ਜਿਨੇ ਅਤ ਸੁੰਦਰ ਦੇਹ ਕਰੋ। ਜਿਨ੍ਹਾਂ ਦੇ ਬਹੁਤੇ ਸੁੰਦਰ ਸਰੀਰ ਹੋਣਗੇ। ਰਸ ਰੀਤ ਬਿਹਾਰਾ। ਉਹ ਬਹੁਤ ਹਾਵ ਭਾਵ ਦਿਖਾਉਣ ਵਾਲੀਆਂ ਹੋਣਗੀਆਂ, ਉਹ ਨਾਚ ਦਿਖਾਉਣ ਵਾਲੀਆਂ ਹੋਣਗੀਆਂ। ਕਿਉਂਕਿ ਜਿਹੜੇ ਵੱਡੇ ਲੋਕ, ਰਾਜੇ ਲੋਕ ਸਨ, ਉਹ ਪੱਛਰਾਂ ਦਾ ਨਾਚ ਦੇਖ ਕਰਕੇ ਆਪਣੇ ਮਨ ਨੂੰ ਪ੍ਰਸੰਨ ਕਰਦੇ ਸਨ। ਕਹਿਣ ਲੱਗਾ ਫਿਰ ਉਹ ਭੇਟ ਦੇਣਾ ਹਾਂ। ਸੁੰਦਰ ਜਹੈ ਪਰਯੰਕ ਲਾਲ। ਸੋਹਣੇ ਜਿਹੜੇ ਪਲੰਗ ਹਨ ਜਿਨ੍ਹਾਂ ਵਿੱਚ ਲਾਲ ਜੜੇ ਹੋਣ। ਜੜਤੀ ਜਿਨ ਚਾਰਾ। ਤੇ ਜਿਨ੍ਹਾਂ ਦੀ ਦਿੱਖ ਬੜੀ ਸੁੰਦਰ ਹੋਵੇਗੀ ਪਲੰਗਾਂ ਦੀ। ਕਿਤਕ ਕਾਲ ਤਿਨ ਮਹਿ ਰਹੋ। ਕੁਝ ਸਮੇਂ ਤੁਸੀਂ ਆਪ ਉਹਨਾਂ ਦਾ ਜਿਹੜਾ ਹਾਵ ਭਾਵ ਦੇਖੋ, ਮਨ ਨੂੰ ਪ੍ਰਸੰਨ ਕਰੋ। ਲੇਹੋ ਭੇਟ ਗੁਣ ਖਾਨ। ਗੁਣਾਂ ਦੀ ਖਾਨ, ਇਹ ਭੇਟਾ ਮੇਰੇ ਵੱਲੋਂ ਲੈ ਲਓ। ਸੁਨ ਸ੍ਰੀ ਨਾਨਕ ਜੀ ਤਬੈ। ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਨੇ ਤਦੋਂ ਕੀਨੇ ਬਚਨ ਬਖਾਨ। ਇਹ ਸ਼ਬਦ ਦਾ ਅਗਲਾ ਪਦ ਜਿਹੜਾ ਸੀ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਧਰਤੀ ਤਾਂ ਹੀਰੇ ਲਾਲ ਜੜਤੀ। ਹਾਂ, ਜਦੋਂ ਇਹਨੇ ਕਿਹਾ ਨਾ ਕਿ ਸੋਹਣੀ ਧਰਤੀ ਜਿਨ੍ਹਾਂ ਵਿੱਚ ਲਾਲ ਜੜੇ ਹੋਣ, ਸੋਹਣੇ ਪਲੰਗ ਹੋਣਗੇ ਜਿਨ੍ਹਾਂ ਵਿੱਚ ਲਾਲ ਜੜੇ ਹੋਣਗੇ,
ਤੇ ਉਹ ਤੁਹਾਨੂੰ ਮੈਂ ਭੇਟ ਦੇਣਾ। ਤੇ ਗੁਰਦੇਵ ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ, ਕਿ ਸੋਹਣੀ ਧਰਤੀ ਜਿਹਦੇ ਵਿੱਚ ਲਾਲ ਜੜੇ ਹੋਣ। ਕਈਆਂ ਨੇ ਧਰਤੀ ਦੇ ਵਿੱਚ ਮੀਨਾਕਾਰੀ ਕੀਤੀ ਹੁੰਦੀ ਹੈ, ਮੋਤੀ ਜੜੇ ਹੁੰਦੇ ਸਨ ਰਾਜਿਆਂ ਦੇ ਮਹਿਲਾਂ ਦੇ ਵਿੱਚ। ਗੁਰਦੇਵ ਕਹਿਣ ਲੱਗੇ ਐਸੀ ਧਰਤੀ ਹੋਵੇ ਜਿਹਦੇ ਵਿੱਚ ਲਾਲ ਜੜੇ ਹੋਣ, ਐਸੇ ਪਲੰਗ ਹੋਣ ਤੇ ਜਿਨ੍ਹਾਂ ਪਲੰਗਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਣ। ਮੋਹਣੀ ਮੁਖ ਮਣੀ ਸੁਹੈ ਕਰੇ ਰੰਗ ਪਸਾਓ। ਤੇ ਉਹ ਸੁੰਦਰ ਇਸਤਰੀਆਂ ਜਿਹੜੀਆਂ ਬਹੁਤ ਸੁੰਦਰ ਹਾਵ ਭਾਵ ਦਿਖਾਉਣ, ਤੇ ਜਿਨ੍ਹਾਂ ਦੇ ਮੁਖ ਜਿਹੜੇ ਨੇ ਮੁਖ ਦੇ ਵਿੱਚ ਮਣੀ ਲੱਗੀ ਹੋਵੇ, ਭਾਵ ਬਹੁਤੇ ਸੁੰਦਰ ਮੁਖ ਵਾਲੀਆਂ ਇਸਤਰੀਆਂ ਹੋਣ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ। ਪਰ ਇਹ ਸਾਰਾ ਕੁਝ ਬਿਰਥਾ ਹੈ। ਮਤਾਂ ਦੇਖ ਕਰਕੇ ਇਹਨਾਂ ਨੂੰ ਪ੍ਰਭੂ ਦੀ ਯਾਦ ਭੁੱਲ ਜਾਵੇ ਤੇ ਉਹਦਾ ਨਾਮ ਚਿੱਤ ਵਿੱਚੋਂ ਭੁੱਲ ਜਾਵੇ। ਕੁੰਡਲੀਆ ਛੰਦ ਕਲਯੁਗ ਬਹੁਰੋ ਬੋਲਿਓ। ਫਿਰ ਸੁਣ ਕੇ ਕਲਯੁਗ ਕਹਿਣ ਲੱਗਾ, ਇਨ ਕੀ ਚਾਹ ਜੇ ਨਾਹੇ। ਕਹਿਣ ਲੱਗਾ ਮਹਾਰਾਜ ਜੇ ਇਹਨਾਂ ਵਸਤੂਆਂ ਦੀ ਤੁਹਾਨੂੰ ਨਹੀਂ ਇੱਛਾ, ਨਵ ਨਿਦਾ ਤੁਮ ਲੀਜੀਏ। ਫਿਰ ਮੈਂ ਆਪ ਜੀਆਂ ਨੂੰ 9 ਨਿਧੀਆਂ ਦੇ ਦੇਣਾ ਹਾਂ। ਸਿੱਧ 18 ਚਾਹੇ। ਤੇ ਜੇ ਤੁਹਾਡੀ ਇੱਛਾ ਹੋਵੇ ਤੇ 9 ਨਿਧੀਆਂ ਤੇ 18 ਸਿੱਧੀਆਂ ਤੁਸੀਂ ਲੈ ਲਓ। ਸਿੱਧ 18 ਚਾਹੇ ਗੁਪਤ। ਜਦੋਂ 18 ਸਿੱਧੀਆਂ ਤੁਹਾਨੂੰ ਮਿਲ ਜਾਣਗੀਆਂ ਨਾ, ਸਿੱਧ 18 ਚਾਹੇ ਗੁਪਤ ਪ੍ਰਗਟ ਸੋ ਕਾਰਨ। ਜਿਹੜੀਆਂ 18 ਸਿੱਧੀਆਂ ਨੇ ਨਾ, ਉਹਨਾਂ ਦੇ ਨਾਲ ਬੰਦਾ ਗੁਪਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਅੱਜ ਇਸ ਤਰ੍ਹਾਂ ਥੋੜੇ ਬਹੁਤੇ ਕੌਤਕ ਦੇ ਕਰਕੇ ਲੋਕ ਵਹੀਰਾਂ ਘੱਤ ਕੇ ਉਹਨਾਂ ਵੱਲ ਚੱਲ ਪੈਂਦੇ ਨਾ, ਕਿ ਚੱਲ ਭੈਣੇ ਫਲਾਣੇ ਬਾਬੇ ਕੋਲ ਬੜੀ ਤਾਕਤ ਹੈ। ਮੈਂ ਦੇਖਿਆ ਕਿ ਉਹਨੇ ਝੱਟ ਇੰਜ ਕਰ ਦਿੱਤਾ ਸੀ, ਉਹ ਤਾਂ ਇਸ ਤਰ੍ਹਾਂ ਦੇ ਕੌਤਕ ਦਿਖਾ ਦਿੰਦਾ ਏ। ਤੇ ਗੁਰਦੇਵ ਨੂੰ ਕਲਯੁਗ ਕਹਿਣ ਲੱਗਾ ਕਿ ਮੈਂ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਦੇਣਾ, ਜਿਹੜੀਆਂ 18 ਸਿੱਧੀਆਂ ਦੇ ਨਾਲ ਬੰਦਾ ਗੁਪਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ ਜਦੋਂ ਚਾਹੇ। ਜਹ ਚਾਹੋ ਤਹ ਫਿਰੋ ਸੁਖੀ ਤੁਮ ਕੋ ਹਟਕਾਰਨ। ਤੇ ਜਿੱਥੇ ਤੁਹਾਡੀ ਇੱਛਾ ਹੋਵੇਗੀ ਇਹਨਾਂ ਸਿੱਧੀਆਂ ਦੇ ਨਾਲ ਤੁਸੀਂ ਫਿਰਿਓ, ਤੁਹਾਨੂੰ ਕੋਈ ਵੀ ਅਟਕਾਵੇਗਾ, ਰੋਕੇਗਾ ਨਹੀਂ। ਜਿਸ ਤਰ੍ਹਾਂ ਇਹ ਸਿੱਧ ਲੋਕ ਕਰਦੇ ਸੀ ਨਾ, ਪਰ ਕਾਇਆ ਪ੍ਰਵੇਸ਼ ਕਰ ਜਾਣੀ, ਜਿਸ ਤਰ੍ਹਾਂ ਗੋਰਖ ਦਾ ਗੁਰੂ ਮਛੰਦਰਨਾਥ ਕਰਦਾ ਸੀ। ਕਹਿਣ ਲੱਗਾ ਤੁਹਾਨੂੰ ਰਿੱਧੀਆਂ ਸਿੱਧੀਆਂ ਦੇਣਾ, ਤੇ ਜਿੱਥੇ ਤੁਹਾਡੀ ਇੱਛਾ ਹੋਵੇ ਤੁਸੀਂ ਫੇਰ ਆਇਓ, ਤੁਹਾਨੂੰ ਕੋਈ ਨਹੀਂ ਰੋਕੇਗਾ। ਪੂਜੈ ਪਦ ਚਿਤ ਲਾਏ। ਸਰਬ ਲੋਕ ਤੁਮ ਤੇ ਡਰੈ, ਸਾਰੇ ਲੋਕ ਤੁਹਾਡੇ ਤੋਂ ਡਰਨਗੇ। ਪੜੈ ਚ ਪੂਜੈ ਪਦ ਚਿਤ ਲਾਏ। ਤੇ ਤੁਹਾਡੇ ਚਰਨਾਂ ਨੂੰ ਪੂਜਣਗੇ, ਪੂਜਾ ਕਰਿਆ ਕਰਨਗੇ ਤੁਹਾਡੀ ਚਿੱਤ ਲਾ ਕੇ। ਭੇਟ ਲਿਹੋ ਮਮ ਦਿਸ਼ਾ ਤੇ। ਕਹਿੰਦਾ ਮੇਰੇ ਵੱਲੋਂ ਤੁਸੀਂ ਇਹ ਭੇਟਾ ਲੈ ਲਓ। ਜਿਹਦੀ ਪ੍ਰਾਪਤੀ ਲਈ ਸਿੱਧ ਲੋਕ ਕਿੰਨੇ ਕਿੰਨੇ ਯਤਨ ਕਰਦੇ ਨੇ, ਕਿੰਨੀਆਂ ਸਮਾਧੀਆਂ ਲਾਉਂਦੇ ਨੇ, ਯੋਗ ਸਾਧਨਾ ਕਰਦੇ ਨੇ, ਕਿਸੇ ਵਿਰਲੇ ਨੂੰ ਰਿੱਧੀਆਂ ਸਿੱਧੀਆਂ ਹਾਸਲ ਹੁੰਦੀਆਂ ਨੇ। ਤੇ ਉਹ ਰਿੱਧੀਆਂ ਸਿੱਧੀਆਂ ਕਲਯੁਗ ਕਹਿ ਰਿਹਾ ਕਿ ਤੁਸੀਂ ਮੇਰੇ ਵੱਲੋਂ ਭੇਟਾ ਵਜੋਂ ਲੈ ਲਓ। ਸੁਨ ਬੋਲੇ ਗਤ ਦਾਏ। ਸੁਣ ਕੇ ਇਸ ਦੀ ਇਹ ਗੱਲ ਤੇ ਮੁਕਤੀ ਦੇ ਦਾਤੇ ਸਤਿਗੁਰੂ ਜੀ ਨੇ ਅਗਲਾ ਜਿਹੜਾ ਬੰਦ ਸੀ, ਪਦਾ ਸੀ, ਸ਼ਬਦ ਦਾ ਉਚਾਰਨ ਕੀਤਾ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ। ਗੁਰਦੇਵ ਕਹਿੰਦੇ ਕਿ ਸਮਾਧੀਆਂ ਲਾ ਕੇ ਸਿੱਧੀਆਂ ਪ੍ਰਾਪਤ ਹੋ ਜਾਣ, ਮੈਂ ਸਿੱਧ ਹੋ ਜਾਵਾਂ, ਤੇ ਫਿਰ ਰਿੱਧੀਆਂ ਪ੍ਰਾਪਤ ਹੋਣ ਦੇ ਨਾਲ ਜੋ ਕੁਝ ਮੂੰਹੋਂ ਆਖਾਂ ਉਹ ਮੇਰੇ ਅੱਗੇ ਆ ਜਾਵੇ। ਗੁਪਤ ਪ੍ਰਗਟ ਹੋਏ ਬੈਸਾ। ਯੋਗ ਮਤ ਦੀ ਤਾਕਤ ਦੇ ਨਾਲ, ਯੋਗਾ ਅਭਿਆਸ ਦੀ ਤਾਕਤ ਦੇ ਨਾਲ ਗੁਪਤ ਪ੍ਰਗਟ ਹੋਏ ਬੈਸਾ। ਜਦੋਂ ਚਾਹਾਂ ਗੁਪਤ ਹੋ ਜਾਵਾਂ, ਜਦੋਂ ਚਾਹਾਂ ਪ੍ਰਗਟ ਹੋ ਜਾਵਾਂ। ਲੋਕ ਰਾਖੈ ਪਾਓ। ਤੇ ਇਹ ਕੌਤਕ ਦੇਖ ਕੇ, ਰਿੱਧੀਆਂ ਸਿੱਧੀਆਂ ਦੇਖ ਕੇ, ਤੇ ਲੋਕ ਰਾਖੈ ਪਾਓ, ਲੋਕ ਬਹੁਤਾ ਪ੍ਰੇਮ ਰੱਖਣ। ਕਿਉਂਕਿ ਕਲਯੁਗ ਦਾ ਸਮਾਂ ਹੈ ਤੇ ਆਪ ਕਮਾਈ ਕਰਨੀ ਔਖੀ ਲੱਗਦੀ ਹੈ, ਸੰਗਤ ਕਰਨੀ, ਸੇਵਾ ਕਰਨੀ ਕਠਿਨ ਲੱਗਦੀ। ਤੇ ਬੰਦਾ ਚਾਹੁੰਦਾ ਹੈ ਕਿ ਕੋਈ ਐਸੀ ਖੇਡ ਵਾਪਰੇ ਕਿ ਮੈਨੂੰ ਕੋਈ ਰਿੱਧੀ ਸਿੱਧੀ ਮਿਲ ਜਾਵੇ ਤੇ ਝਾਟੀ ਮੈਂ ਆਹ ਕਰਦਾ, ਉਹ ਕਰਦਾ। ਤੇ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਜਾਂ ਕੁਝ ਕਰਾਮਾਤਾਂ ਵਾਲੇ ਨੇ, ਜਿਹੜੇ ਸੰਗਤ ਨਹੀਂ ਕਰਦੇ, ਐਸੀਆਂ ਰਿੱਧੀਆਂ ਸਿੱਧੀਆਂ ਦੇਖ ਕੇ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹਨ। ਗੁਰਦੇਵ ਕਹਿੰਦੇ ਫਿਰ ਕੀ ਹੋਵੇਗਾ ਜੇ ਮੈਂ ਸਿੱਧ ਬਣ ਜਾਵਾਂ, ਗੁਪਤ ਪ੍ਰਗਟ ਹੋਣ ਲੱਗ ਪਵਾਂ। ਇਹ ਕੌਤਕ ਦੇਖ ਕਰਕੇ ਲੋਕ ਮੇਰਾ ਭਾਉ ਪ੍ਰੇਮ ਰੱਖਣ ਲੱਗ ਪੈਣ ਮੇਰੇ ਨਾਲ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ। ਪਰ ਗੁਰਦੇਵ ਕਹਿੰਦੇ ਸਾਰਾ ਕੁਝ ਹੀ ਸਾਡੇ ਲਈ ਬਿਰਥ ਹੈ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਫਿਰ ਕਿਹੜੀਆਂ ਰਿੱਧੀਆਂ ਸਿੱਧੀਆਂ ਭਾਲਦੇ ਹਾਂ
ਗੁਰੂ ਸਾਹਿਬ ਜੀ ਤੇ ਪਾਵਨ ਬਚਨ ਹਨ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦਾ ਸਦਾ ਵਸਾਏ। ਜਿਹੜੇ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ, ਰਿੱਧੀਆਂ ਸਿੱਧੀਆਂ ਤੇ ਨਾਵੈ ਕੀ ਦਾਸੀਆਂ ਹਨ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਕੀ ਕਰਨਾ ਰਿੱਧੀਆਂ ਸਿੱਧੀਆਂ ਨੂੰ? ਜਿਨ੍ਹਾਂ ਕਰਕੇ ਪ੍ਰਭੂ ਦੀ ਯਾਦ ਹੀ ਭੁੱਲ ਜਾਵੇ, ਜਿਨ੍ਹਾਂ ਕਰਕੇ ਨਾਮ ਹੀ ਵਿਸਰ ਜਾਵੇ, ਤੇ ਫਿਰ ਇਹ ਜੀਵਨ ਕਿਹੜੇ ਲਿਖੇ ਜਾਵੇਗਾ? ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ। ਇਹ ਸਾਰੇ ਪਦਿਆਂ ਦੇ ਨਾਲ ਰਹਾਉ ਦੀ ਪੰਕਤੀ ਲਾ ਲਈਏ ਕਿ ਨਾਮ ਤੋਂ ਬਿਨਾਂ ਤੇ ਹਿਰਦਾ ਸਾੜੀ ਜਾਂਦਾ ਹੈ। ਮੈਂ ਆਪਣਾ ਗੁਰ ਪੂਛ ਦੇਖਿਆ ਵਰ ਨਾਹੀ ਥਾ, ਕਿ ਨਾ ਤੇ ਰਿੱਧੀਆਂ ਸਿੱਧੀਆਂ ਦੇ ਨਾਲ ਮਾਲਕ ਦੀ ਦਰਗਾਹ ਦੇ ਵਿੱਚ ਮਾਣ ਮਿਲਦਾ ਏ, ਨਾ ਚੰਗੇ ਮਹੱਲਾਂ ਦੇ ਨਾਲ, ਨਾ ਉੱਚੀ ਪਦਵੀਆਂ ਦੇ ਨਾਲ, ਨਾ ਸੁੰਦਰ ਇਸਤਰੀਆਂ ਵਾਲਿਆਂ ਨੂੰ। ਇੱਥੇ ਤਾਂ ਬੰਦੇ ਨੂੰ ਮਾਣ ਸਨਮਾਨ ਕੁਝ ਵਸਤੂਆਂ ਕਰਕੇ ਮਿਲ ਸਕਦਾ ਏ, ਪਰ ਗੁਰਦੇਵ ਕਹਿੰਦੇ ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਜੇ ਤੇਰਾ ਨਾਮ ਹੀ ਮੇਰੇ ਚਿੱਤ ਚੋਂ ਭੁੱਲ ਜਾਵੇ ਤੇ ਫਿਰ ਇਹ ਵਸਤੂਆਂ ਮੇਰੇ ਕਿਸ ਕੰਮ ਦੀਆਂ ਹਨ? ਕੁੰਡਲੀਆ ਛੰਦ ਕਲਯੁਗ ਬਚਨਾ ਪੁਨ ਪਨੇ। ਫਿਰ ਸੁਣ ਕੇ ਕਲਯੁਗ ਕਹਿਣ ਲੱਗਾ, ਜਗ ਪਾਤਸ਼ਾਹੀ ਲੇਹੋ। ਕਹਿੰਦਾ ਮਹਾਰਾਜ, ਜੇ ਸੋਹਣੇ ਮਹਿਲ ਨਹੀਂ ਲੈਣੇ, ਸੋਹਣੇ ਪਲੰਗ ਨਹੀਂ ਲੈਣੇ, ਸੁੰਦਰ ਇਸਤਰੀਆਂ ਨਹੀਂ ਲੈਣੀਆਂ, ਫਿਰ ਸਿੱਧ ਨਹੀਂ ਬਣਨਾ, ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀਆਂ, ਤੇ ਫਿਰ ਇਸ ਤਰ੍ਹਾਂ ਕਰੋ ਕਿ ਜਗਤ ਦੀ ਪਾਤਸ਼ਾਹੀ, ਸੰਸਾਰ ਦੀ ਪਾਤਸ਼ਾਹੀ ਲੈ ਲਓ। ਹੁਕਮ ਕਰੋ ਉਰ ਭਾਵਤੇ। ਤੇ ਜੋ ਚਿੱਤ ਵਿੱਚ ਆਵੇ, ਜਦੋਂ ਪਾਤਸ਼ਾਹ ਬਣ ਗਏ, ਜਦੋਂ ਜਗਤ ਦੇ ਬਾਦਸ਼ਾਹ ਬਣੇ ਤੇ ਮਨ ਪਾਉਂਦੇ ਹੁਕਮ ਕਰਿਓ। ਚਰਨ ਤਖਤ ਪਰ ਦੇਹੋ। ਵੱਡੇ ਵੱਡੇ ਰਾਜਿਆਂ ਦੇ ਤਖਤ ਤੁਹਾਡੇ ਚਰਨਾਂ ਦੇ ਵਿੱਚ ਹੋਣਗੇ। ਚਰਨ ਤਖਤ ਪਰ ਦੇਹੋ ਜਗਤ, ਮਨ ਹੈ ਸਭ ਆਨਾ। ਤੇ ਸਾਰੇ ਤੁਹਾਡੀ ਈਨ ਮੰਨਣਗੇ, ਸਾਰੇ ਤੁਹਾਡੇ ਹੁਕਮ ਨੂੰ ਮੰਨਣਗੇ। ਸੈਨਾ ਸੰਗ ਅਨੰਤ ਕਰੋ। ਵੱਡੀ ਸੈਨਾ ਤੁਹਾਡੇ ਅਧੀਨ ਹੋਵੇਗੀ। ਪ੍ਰਤਾਪ ਮਹਾਨਾ। ਤੁਹਾਡਾ ਬਹੁਤ ਪ੍ਰਤਾਪ ਸੰਸਾਰ ਵਿੱਚ ਵਧੇਗਾ। ਲੇਹੋ ਉਪਾਇ ਨ ਇਹ ਅਬੈ। ਇਹ ਭੇਟਾ ਮੇਰੇ ਕੋਲੋਂ ਹੁਣ ਲੈ ਲਓ। ਕਰੋ ਕਿਰਤਾਰਥ ਨਾਥ। ਤੇ ਮਾਲਕ ਜੀ ਮੈਨੂੰ ਕਿਰਤਾਰਥ ਕਰੋ, ਸਫਲਾ ਕਰੋ, ਮੈਂ ਤੁਹਾਡੀ ਸ਼ਰਨ ਚ ਆਇਆ ਹਾਂ। ਸ਼ਬਦ ਭੋਗ ਪੌੜੀ ਕਹੀ। ਸੰਗਤ ਜੀ, ਸਤਿਗੁਰੂ ਜੀ ਨੇ ਸੁਣ ਕੇ ਤੇ ਇਸ ਜਿਹੜਾ ਸ੍ਰੀ ਰਾਗ ਦਾ ਸ਼ਬਦ ਸੀ, ਇਸ ਦੀ ਭੋਗ ਵਾਲੀ ਪੌੜੀ ਉਚਾਰਨ ਕੀਤੀ ਹੈ। ਗੁਰ ਕਲਯੁਗ ਕੇ ਸਾਥ। ਇਸ ਕਲਯੁਗ ਦੇ ਤਾਈਂ ਉਪਦੇਸ਼ ਤਾਂ ਸਾਨੂੰ ਹੀ ਬਖਸ਼ਿਆ ਸੀ। ਸਭੇ ਸਾਂਝੀ ਵਾਲ ਸਦਾਇਨ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਾਹੁ ਵਰਨਾ ਕਉ ਸਾਂਝਾ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਸੁਲਤਾਨ ਹੋਵਾ ਮੇਲ ਲਸਕਰ। ਗੁਰਦੇਵ ਕਹਿੰਦੇ, ਜੇ ਸਾਰੀਆਂ ਫੌਜਾਂ ਨੂੰ ਮੇਲ ਕੇ ਮੈਂ ਸੁਲਤਾਨ ਬਣ ਜਾਵਾਂ, ਤਖਤ ਰਾਖਾ ਪਾਓ। ਤੇ ਆ ਛੋਟੇ ਮੋਟੇ ਰਾਜ ਜਿਹੜੇ ਨੇ ਮੇਰੇ ਪੈਰਾਂ ਵਿੱਚ ਹੋਣ। ਹੁਕਮ ਹਾਸਲ ਕਰੀ ਬੈਠਾ। ਇਹਨਾਂ ਤਖਤਾਂ ਤੇ ਬੈਠ ਕੇ ਮੈਂ ਸਾਰਿਆਂ ਤੇ ਹੁਕਮ ਚਲਾਵਾਂ। ਨਾਨਕਾ ਸਭ ਵਾਓ। ਤੇ ਫਿਰ ਕੀ ਹੋਵੇਗਾ? ਇਹ ਸਾਰਾ ਕੁਝ ਤੇ ਹਵਾ ਦੇ ਤੋਲੀ ਹੈ ਨਾ। ਵਾਓ ਦਾ ਅਰਥ ਹੈ ਹਵਾ, ਤੇ ਹਵਾ ਦਾ ਅਰਥ ਹੈ ਕਿ ਬਿਰਥੇ ਹੀ ਨੇ। ਜਿੰਨੇ ਮਰਜ਼ੀ ਹੁਕਮ ਚਲਾ ਜਾਵੇ ਕੋਈ। ਗੁਰਦੇਵ ਦਾ ਪਾਵਨ ਬਚਨ ਪੜ੍ਹਦੇ ਹਾਂ, ਸ੍ਰੀ ਦਸਮ ਗ੍ਰੰਥ ਦੀ ਅਕਾਲ ਉਸਤਤ ਦੀ ਨਿਤਨੇਮ ਦੀ ਤੀਜੀ ਬਾਣੀ ਅੰਦਰ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਨ ਕੇ ਗਾਉਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੂੰ ਕਹਾਂ ਪਏ, ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਕੋ ਅੰਤ ਕੇ ਧਾਮ ਸਦਾਰੇ, ਅੰਤ ਨੂੰ ਤਾਂ ਨੰਗੇ ਪੈਰੀ ਸੰਸਾਰ ਤੋਂ ਕੂਚ ਕਰ ਗਏ। ਫਿਰ ਕੀ ਲਾਭ ਹੋਇਆ ਇਹਨਾਂ ਤਖਤਾਂ ਦਾ, ਇਹਨਾਂ ਮਹੱਲਾਂ ਦਾ, ਇਹਨਾਂ ਹਾਥੀ ਘੋੜਿਆਂ ਦਾ, ਕਿ ਅੰਤ ਨੂੰ ਤਾਂ ਕੁਝ ਨਾਲ ਲੈ ਕੇ ਨਹੀਂ ਨਾ ਗਏ। ਤੇ ਗੁਰਦੇਵ ਕਹਿਣ ਲੱਗੇ ਕਿ ਮੈਂ ਸੰਸਾਰ ਦਾ ਪਾਤਸ਼ਾਹ ਬਣ ਜਾ, ਸਾਰੇ ਤਖਤ ਮੇਰੇ ਪੈਰਾਂ ਦੇ ਵਿੱਚ ਹੋਣ, ਸਾਰਿਆਂ ਤੇ ਮੈਂ ਹੁਕਮ ਚਲਾਵਾਂ, ਤੇ ਫਿਰ ਕੀ ਹੋਵੇਗਾ? ਇਹ ਸਾਰਾ ਕੁਝ ਤਾਂ ਨਾਮ ਤੋਂ ਬਿਨਾਂ ਬਿਰਥਾ ਹੈ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨ ਆਵੈ ਨਾਉ। ਇਹ ਸਾਰਾ ਕੁਝ ਬਿਰਥਾ ਕਿਉਂ ਹੈ? ਕਿਤੇ ਇਹ ਨਾ ਹੋਵੇ ਕਿ ਰਾਜ ਭਾਗ ਹੁੰਦਿਆਂ ਕਿ ਮੈਨੂੰ ਪ੍ਰਭੂ ਦੀ ਯਾਦ ਭੁੱਲ ਜਾਵੇ, ਉਹਦਾ ਨਾਮ ਭੁੱਲ ਜਾਵੇ। ਉਹ ਵਿਸਰਨ ਕਰਕੇ, ਉਹਦਾ ਨਾਮ ਹਿਰਦੇ ਚੋਂ ਭੁਲਾਉਣ ਕਰਕੇ ਤਾਂ ਮੇਰੇ ਲਈ ਸਾਰਾ ਕੁਝ ਹੀ ਇਹ ਬਿਰਥਾ ਹੈ। ਚਉਪਈ ਪੁਨ ਕਲ ਬੋਲਿਓ ਹੋਏ ਕਰ ਦੀਨਾ। ਸੁਣ ਕੇ ਕਲਯੁਗ ਬਹੁਤ ਦੀਨ ਹੋ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਸੁਨੋ ਗੁਰੂ ਜੀ ਸਭ ਵਿਖੈ ਪਰਬੀਨਾ। ਕਹਿਣ ਲੱਗਾ, ਮਹਾਰਾਜ ਆਪ ਤਾਂ ਹਰ ਤਰ੍ਹਾਂ ਕਰਕੇ ਬਹੁਤ ਚਤਰ ਹੋ, ਬਹੁਤ ਸਿਆਣੇ ਹੋ। ਮੇਰੇ ਸਮੇਂ ਵਿਖੈ ਅਵਤਾਰਾ। ਪਰ ਸਤਿਗੁਰੂ ਆਪ ਜੀ ਨੇ ਮੇਰੇ ਸਮੇਂ ਅਵਤਾਰ ਧਾਰਿਆ ਹੈ ਕਿ ਹੁਣ ਮੈਨੂੰ ਸਿਕਦਾਰੀ ਸਰਦਾਰੀ ਮਿਲੀ ਹੋਈ ਹੈ।
ਮੈਨੂੰ ਇਹ ਰਾਜ ਮਿਲਿਆ ਤੇ ਮੇਰੇ ਸਮੇਂ ਆਪ ਜੀ ਅਵਤਾਰ ਲੈ ਕੇ ਆਏ ਹੋ। ਨਰਨ ਉਦਾਹਰਣ ਕੋ ਤੁਮ ਤਾਰਾ, ਮਨੁੱਖਾਂ ਦੇ ਉਧਾਰ ਵਾਸਤੇ ਤੁਸੀਂ ਅਵਤਾਰ ਧਾਰਿਆ ਹੈ। ਅਬ ਮੈਂ ਮਿਲਿਓ ਆਏ ਪਦ ਪਾਸਾ, ਮਹਾਰਾਜ ਹੁਣ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ ਹਾਂ। ਮੇਲ ਅਫਲ ਕਿਉ ਕਰ ਸੁਖ ਰਾਸਾ, ਫਿਰ ਸੁੱਖਾਂ ਦੀ ਖਾਨ ਸਤਿਗੁਰੂ ਮੇਰਾ ਜਿਹੜਾ ਮੇਲ ਹੈ ਇਹ ਬਿਰਥਾ ਕਿਉਂ ਕਰਦੇ ਹੋ? ਕੋਏ ਨਾ ਭੇਟ ਮੋਹਿ ਤੈ ਲੀਨੀ, ਮੇਰੇ ਪਾਸੋਂ ਤਾਂ ਆਪ ਜੀ ਨੇ ਕੋਈ ਵੀ ਭੇਟਾ ਸਵਕਾਰ ਨਹੀਂ ਕੀਤੀ ਮਮ ਮਨਸਾ ਨਹਿ ਪੂਰਨ ਕੀਨੀ, ਤੇ ਮੇਰੇ ਮਨ ਦੀ ਇੱਛਾ ਆਪ ਜੀ ਨੇ ਪੂਰੀ ਕਿਉਂ ਨਹੀਂ ਕੀਤੀ? ਜੇ ਤੁਮ ਭੇਟ ਲੇ ਹੋ ਮੇਰੀ, ਜੇ ਮਹਾਰਾਜ ਤੁਸੀਂ ਮੇਰੇ ਵੱਲੋਂ ਭੇਟਾ ਲੈ ਲਓ ਤਉ ਜਾਨੋ ਕਿਰਪਾ ਪਈ ਤੋਰੀ, ਤੇ ਆਪ ਜੀ ਤਾਂ ਸਾਰਿਆਂ ਦੇ ਮਾਲਕ ਹੋ ਨਾ, ਕਿ ਮੇਰੇ ਸਮੇਂ ਤੁਸੀਂ ਅਵਤਾਰ ਧਾਰਿਆ ਮਨੁੱਖਾਂ ਦੇ ਉਧਾਰ ਵਾਸਤੇ। ਮੈਂ ਆਪ ਜੀ ਨੂੰ ਸਰਬ ਕਲਾ ਸੰਪਨ ਜਾਣ ਕੇ ਤੁਹਾਡੀ ਸ਼ਰਨ ਚ ਆਇਆ, ਤੇ ਸਤਿਗੁਰੂ ਕਿਰਪਾ ਕਰੋ ਮੇਰੇ ਵੱਲੋਂ ਜੇ ਕੋਈ ਛੋਟੀ ਜੀ ਭੇਟ ਲੈ ਲੈਂਦੇ ਤੇ ਮੈਂ ਜਾਣਦਾ ਕਿ ਤੁਹਾਡੀ ਮੇਰੇ ਤੇ ਕਿਰਪਾ ਹੈ। ਨਾ ਤੁਰ ਹਰਖ ਨਾ ਹੋਏ ਉਰ ਮਾਹੀ, ਨਹੀਂ ਤਾਂ ਮੇਰੇ ਹਿਰਦੇ ਵਿੱਚ ਪ੍ਰਸੰਨਤਾ ਨਹੀਂ ਹੋਵੇਗੀ ਕਿ ਮੇਰਾ ਆਉਣ ਦਾ ਕੀ ਲਾਭ ਹੋਇਆ। ਮਨ ਰਾਵਰ ਕੀ ਕਰਨਾ ਚਾਹੀ, ਮੇਰਾ ਮਨ ਤੁਹਾਡੀ ਕਿਰਪਾ ਚਾਹੁੰਦਾ ਹੈ। ਅਸਿਆ ਤੁਰ ਸੁਨ ਕਹਿਤੇ ਬੈਨਾ, ਜਦੋਂ ਬਹੁਤ ਦੁਖੀ ਹੋਇਆ, ਨਿਮਾਣਾ ਹੋਇਆ, ਜਦੋਂ ਇਸ ਤਰ੍ਹਾਂ ਇਹਨੇ ਬੇਨਤੀਆਂ ਕੀਤੀਆਂ, ਕਿਰਪਾ ਧਾਰ ਬੋਲੇ ਗੁਣ ਐਨਾ, ਗੁਣਾਂ ਦੇ ਘਰ ਸਤਿਗੁਰੂ ਜੀ ਮਿਹਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਭੇਟ ਦੇਣ ਕੀ ਚਾਹ ਜੇ ਤੋਹੀ, ਜੇ ਕਲਯੁਗ ਤੈਨੂੰ ਭੇਟਾ ਦੇਣ ਦੀ ਚਾਹਨਾ ਹੈ, ਜੇ ਤੇਰੇ ਮਨ ਵਿੱਚ ਇੱਛਾ ਹੈ, ਇਸ ਪ੍ਰਕਾਰ ਕੀ ਦੀਜੈ ਮੋਹੀ, ਫਿਰ ਇਸ ਤਰ੍ਹਾਂ ਦੀ ਇਹ ਭੇਟ ਇੱਥੇ ਰੱਖ ਦੇ। ਜੇ ਸਿੱਖ ਹੈ ਮੇਰੋ ਹਿਤਕਾਰੀ, ਹੁਣ ਮੰਗਿਆ ਕਿ ਵੈਸੇ ਸਤਿਗੁਰੂ ਤਾਂ ਦਾਤੇ ਨੇ ਸਾਰਿਆਂ ਦੇ, ਪਰ ਜੇ ਕੋਈ ਨਿਮਾਣਾ ਹੋ ਕੇ ਆਇਆ, ਬੇਨਤੀਆਂ ਕੀਤੀਆਂ ਕਿ ਮਹਾਰਾਜ ਕੁਝ ਤਾਂ ਮੇਰੇ ਵੱਲੋਂ ਪ੍ਰਵਾਨ ਕਰ ਲਓ ਕਿ ਮੈਂ ਜਾਣ ਜਾਵਾਂਗਾ ਕਿ ਮੇਰਾ ਤੁਹਾਡੇ ਚਰਨਾਂ 'ਚ ਸਫਲਾ ਹੋਇਆ, ਮੇਰੇ ਤੇ ਤੁਸੀਂ ਕਿਰਪਾ ਕੀਤੀ ਹੈ, ਤੁਹਾਡੀ ਮਿਹਰ ਹੈ। ਤੇ ਗੁਰਦੇਵ ਕਹਿਣ ਲੱਗੇ ਜੇ ਤੇਰੀ ਬਹੁਤੀ ਇੱਛਾ ਹੈ ਨਾ, ਭੇਟ ਦੇਣ ਕੀ ਚਾਹੇ ਜੇ ਤੋਹੀ, ਇਸ ਪ੍ਰਕਾਰ ਕੀ ਦੀਜੈ ਮੋਹੀ, ਜੇ ਸਿੱਖ ਹੈ ਮੇਰੇ ਹਿਤਕਾਰੀ। ਹੁਣ ਸੁਣ, ਜਿਹੜੇ ਮੇਰੇ ਹਿਤਕਾਰੀ ਮੇਰੇ ਪਿਆਰ ਵਾਲੇ ਸਿੱਖ ਹਨ, ਪ੍ਰੇਮੀ ਸਿੱਖ ਹਨ, ਤਿਨ ਪਰ ਸੈਨ ਨਾ ਜਾਏ ਤੁਮਾਰੀ, ਆ ਜਿਹੜੀ 4 ਪ੍ਰਕਾਰ ਦੀ ਸੈਨਾ ਦਾ ਜ਼ਿਕਰ ਤੂੰ ਕੀਤਾ ਹੈ ਨਾ, ਹਾਥੀਆਂ ਵਾਲੀ, ਘੋੜਿਆਂ ਵਾਲੀ, ਰੱਥਾਂ ਵਾਲੀ, ਪੈਦਲ, ਇਹ ਚਤੁਰੰਗਨ ਜਿਹੜੀ ਤੇਰੀ ਫੌਜ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਮਤਾ ਤ੍ਰਿਸ਼ਨਾ ਵੈਰ ਈਰਖਾ ਦਵੈਸ਼, ਇਹ ਸਾਰੀਆਂ ਜਿਹੜੀਆਂ ਤੇਰੀਆਂ ਫੌਜਾਂ ਹਨ, ਗੁਰਦੇਵ ਕਹਿੰਦੇ ਜੇ ਸਿੱਖ ਹੈ ਮੇਰੇ ਹਿਤਕਾਰੀ, ਤਿਨ ਪਰ ਸੈਨ ਨਾ ਜਾਏ ਤੁਮਾਰੀ, ਉਹਨਾਂ ਸਿੱਖਾਂ ਦੇ ਉੱਤੇ, ਉਹਨਾਂ ਪ੍ਰੇਮੀ ਸਿੱਖਾਂ ਦੇ ਉੱਤੇ ਤੇਰੀ ਜਿਹੜੀ ਇਹ ਸੈਨਾ ਨਾ ਚੜ ਕੇ ਜਾਵੇ। ਨਾਮ ਦਾਨ ਇਸ਼ਨਾਨ ਜੇ ਸਭ ਹੀ, ਜਿਹੜਾ ਨਾਮ ਜਪਦੇ ਨੇ, ਇਸ਼ਨਾਨ ਕਰਦੇ ਨੇ, ਦਾਨ ਕਰਦੇ ਹਨ, ਇਨ ਤੇ ਨਹੀਂ ਭੁਲਾਵੋ ਕਬ ਹੀ, ਇਹਨਾਂ ਸਿੱਖਾਂ ਦੇ ਅੰਦਰੋਂ ਕਦੇ ਇਹ ਨਾ ਭੁਲਾਵੀਂ। ਤੇ ਆਪਾਂ ਇਹ ਦੇਖਦੇ ਹਾਂ ਜਿਹੜੇ ਕਮਾਈ ਵਾਲੇ ਗੁਰਸਿੱਖ ਨੇ, ਉਹ ਤਾਂ ਉਹਨਾਂ ਦਾ ਨੇਮ ਹੈ, ਅਭਿਆਸ ਬਣਿਆ ਹੈ ਕਿ ਉਹ ਤਾਂ ਜੁਲਿਆਂ ਨੂੰ ਪਰਾਂ ਰੱਖ ਕੇ ਅੰਮ੍ਰਿਤ ਵੇਲੇ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਇਹਨਾਂ ਬਚਨਾਂ ਨੂੰ ਕਮਾਉਂਦੇ ਹਨ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਤੇ ਫਿਰ ਆਪਣੀ ਕਮਾਈ ਦੇ ਵਿੱਚੋਂ 10 ਨੌਹਾਂ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਲੋੜਵੰਦ ਦੇ ਤਾਈਂ ਦਾਨ ਦੇਣਾ ਵੀ ਨਹੀਂ ਭੁੱਲਦੇ। ਤੇ ਬਾਕੀ ਤਾਂ ਸੰਸਾਰ ਭੁੱਲੀ ਬੈਠਾ ਹੈ, ਕਿਸੇ ਲਈ ਤਾਂ 1 ਰੁਪਈਆ ਕੱਢਣਾ ਵੀ ਔਖਾ ਹੈ, ਪਰ ਉਹਨਾਂ ਲਈ ਜਿਹੜੇ ਸੰਗਤ ਨਹੀਂ ਕਰਦੇ, ਬਚਨ ਨਹੀਂ ਗੁਰੂ ਦਾ ਮੰਨਦੇ, ਸੋ ਮੇਰੇ ਵਰਗੇ ਹੋ ਸਕਦੇ ਨੇ ਜਿਹੜੇ 10 ਵਜੇ ਸੁੱਤੇ ਉੱਠਣ, ਤੇ ਜਿਹੜਾ ਨਿਤਨੇਮ ਵੀ ਜਿਹੜਾ ਹੈ ਉਹ ਵੀ ਕਿਤੇ ਕਿਸ਼ਤਾਂ 'ਚ ਹੋ ਗਿਆ ਤੇ ਹੋ ਗਿਆ, ਨੇ ਤੇ ਨਹੀਂ। ਪਰ ਗੁਰਦੇਵ ਕਹਿੰਦੇ ਜਿਹੜੇ ਪ੍ਰੇਮੀ ਸਿੱਖ ਨੇ, ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਹੈ, ਤੇ ਜਿਹੜਾ ਪ੍ਰੇਮ ਕਰਨ ਵਾਲਾ ਹੈ ਉਹ ਗੁਰੂ ਦੇ ਬਚਨ ਨੂੰ ਕਮਾਉਂਦਾ ਹੈ, ਗੁਰਦੇਵ ਕਹਿੰਦੇ ਉਹਨਾਂ ਦੇ ਤਾਈਂ ਨਾਮਦਾਨ ਇਸ਼ਨਾਨ ਜੇ ਸਭ ਹੀ, ਇਨ ਤੇ ਨਹੀਂ ਭੁਲਾਵੋ ਕਬਹੀ। ਨਾਮ ਜਪਣਾ, ਦਾਨ ਕਰਨਾ ਤੇ ਅੰਮ੍ਰਿਤ ਵੇਲੇ ਦਾ ਇਸ਼ਨਾਨ, ਇਹਨਾਂ ਦੇ ਅੰਦਰੋਂ ਕਦੇ ਭੁੱਲੇ ਨਾ, ਇਹਨਾਂ ਨੂੰ ਨਾ ਭੁਲਾਵੀਂ, ਤੇਰੀ ਸੈਨਾ ਇਹਨਾਂ ਤੇ ਚੜ ਕੇ ਨਾ ਜਾਵੇ। ਤਬ ਛਾਇਆ ਨਹਿ ਬਰਤੈ ਤਿਨ ਕੋ, ਤੇਰੀ ਜਿਹੜੀ ਛਾਇਆ ਸੈਨਾ ਹੈ ਇਹਨਾਂ ਦੇ ਉੱਤੇ ਨਾ ਜਾਵੇ। ਮੋਰ ਬਚਨ ਮੈਂ ਨਿਹਚਾ ਜਿਨ ਕੋ, ਤੇ ਤੇਰੀ ਛਾਇਆ ਜਿਹੜੀ ਹੈ ਉਹਨਾਂ ਤੇ ਨਾ ਹੋ ਸਕੇ ਜਿਨ੍ਹਾਂ ਨੂੰ ਮੇਰੇ ਬਚਨਾਂ ਤੇ ਭਰੋਸਾ ਹੈ। ਜਿਹੜੇ ਤਾਂ ਗੁਰੂ ਦੇ ਬਚਨਾਂ ਨੂੰ ਮੰਨਦੇ ਨਾ, ਉਹ ਅੱਜ ਵੀ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ ਨੇ ਤੇ ਦਾਨ ਕਰਦੇ, ਪਰ ਜਿਨ੍ਹਾਂ ਤੇ ਕਲਯੁਗ ਜਿਹੜਾ ਹੈ ਉਹ ਭਾਰੀ ਹੈ, ਉਹ ਦੂਜਿਆਂ ਨੂੰ ਵੀ ਕਹਿਣਗੇ ਜੀ ਅੰਮ੍ਰਿਤ ਵੇਲਾ ਤੇ ਜਦੋਂ ਮਰਜ਼ੀ ਉੱਠ ਜਾਓ, ਨਾਮ ਜਪਣ ਦੀ ਕੀ ਲੋੜ ਹੈ, ਜਾਂ ਕਹਿਣਗੇ ਜੀ ਇਹ ਦਾਨ ਪੁੰਨ ਦੀ ਤਾਂ ਬਹੁਤੀ ਲੋੜ ਹੀ ਨਹੀਂ। ਪਰ ਜਿਹੜੇ ਕਮਾਈ ਵਾਲੇ ਹਨ ਅੱਜ ਵੀ ਉਹ ਮਰਿਆਦਾ ਨੂੰ ਸੰਭਾਲ ਕੇ ਰੱਖਦੇ ਨੇ,
ਇਹ ਬਚਨ ਕਮਾਉਂਦੇ ਹਨ। ਜੋ ਬਾਬੇ ਕੇ ਦਾਮ ਨਾ ਲੈ ਹੈ ਦੈ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜਿਹੜੇ ਨਹੀਂ ਕੱਢਦੇ ਉਹਨਾਂ ਤੋਂ ਫਿਰ ਉਹ ਆਪਣੇ ਆਪ ਹੀ ਕਢਾ ਲੈਂਦਾ ਹੈ ਕਲਯੁਗ। ਜਿਹੜੇ ਤਾਂ ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲੇ ਨੇ ਉਹ ਤਾਂ ਆਪਣਾ ਦਸਵੰਧ ਕੱਢ ਕੇ ਪਹਿਲਾਂ ਹੀ ਰੱਖ ਦਿੰਦੇ ਨੇ। ਭਾਵੇਂ ਕੋਈ ਕਿਰਤ ਕਰਦੇ ਹਨ, ਭਾਵੇਂ ਉਹ ਖੇਤੀ ਕਰਦੇ ਨੇ, ਤਾਂ ਉਹ ਦਾਣੇ ਉਹਨੇ ਕੱਢ ਕੇ ਉਹ ਗੁਰਦੁਆਰੇ ਦੇ ਜਾਂ ਗੁਰੂ ਕੇ ਨਿਮਿਤ ਕੱਢ ਕੇ ਵੱਖਰੇ ਰੱਖ ਲੈਂਦੇ ਹਨ। ਤੇ ਜਿਹੜੇ ਨਹੀਂ ਕੱਢਦੇ ਉਹ ਉਸੇ ਤਰ੍ਹਾਂ ਫਿਰ ਉਹ ਆਪ ਕੱਢ ਲੈਂਦਾ ਏ। ਇੱਥੇ ਕਹਿਣ ਲੱਗੇ ਗੁਰਦੇਵ ਤਵ ਛਾਇਆ ਨਹਿ ਵਰਤੈ ਤਿਨ ਕੋ ਮੋਰ ਬਚਨ ਮੈਂ ਨਿਹਚਾ ਜਨ ਕੋ, ਕਿ ਤੇਰਾ ਪ੍ਰਭਾਵ ਉਹਨਾਂ ਤੇ ਨਾ ਪਵੇ ਜਿਨ੍ਹਾਂ ਨੂੰ ਸਾਡੇ ਬਚਨਾਂ ਤੇ ਭਰੋਸਾ ਹੈ। ਜੇ ਤੁਮ ਦੇਣਾ ਤਉ ਇਹ ਦੀਜੈ, ਜੇ ਤੂੰ ਕੁਝ ਭੇਟਾ ਲੈ ਕੇ ਹੀ ਆਇਆ ਤੇ ਫਿਰ ਇਹ ਭੇਟ ਇੱਥੇ ਰੱਖ ਜਾ। ਮਮ ਸੰਗਤ ਕੋ ਦੁਖੀ ਨਾ ਕੀਜੈ, ਜਿਹੜੀ ਸਾਡੀ ਸੰਗਤ ਹੈ ਨਾ ਉਹਨਾਂ ਨੂੰ ਤੂੰ ਦੁਖੀ ਨਾ ਕਰੀ। ਤੇਰੀ ਸ਼ਕਦਾਰੀ ਹੈ, ਤੂੰ ਆਪਣਾ ਕੰਮ ਕਰਨਾ ਹੈ, ਉਹਨਾਂ ਤੇ ਆਪਣਾ ਜ਼ੋਰ ਚਲਾਈ ਚੱਲੀ। ਜਿਹੜੇ ਤੇਰੇ ਪ੍ਰਭਾਵ ਦੇ ਅਧੀਨ ਹਨ, ਜਿਹੜੇ ਸੰਗਤ ਨਹੀਂ ਕਰਦੇ, ਨਾਮ ਨਹੀਂ ਜਪਦੇ, ਪਰ ਜਿਹੜੇ ਪ੍ਰੇਮੀ ਸਿੱਖ ਨੇ, ਜਿਹੜੀ ਸਾਡੀ ਸੰਗਤ ਹੈ, ਉਹਨਾਂ ਨੂੰ ਤੂੰ ਦੁਖੀ ਨਾ ਕਰੀ। ਕਲਯੁਗ ਬੋਲਿਓ ਦਵੈ ਕਰ ਜੋਰੇ, ਦੋ ਹੱਥ ਜੋੜ ਕੇ ਕਲਯੁਗ ਬੇਨਤੀ ਕਰਨ ਲੱਗਾ। ਕਹੋ ਪ੍ਰਭੂ ਤਵ ਚਰਨ ਨਿਹੋਰੇ। ਮਹਾਰਾਜ ਜੋ ਆਪ ਜੀ ਦਾ ਹੁਕਮ ਹੋਵੇ, ਸਤਿਗੁਰਾਂ ਦੇ ਚਰਨਾਂ ਨੂੰ ਪੂਜ ਕੇ ਕਹਿਣ ਲੱਗਾ, ਆਇਸ ਮੈਂ ਤੁਮਰੀ ਸਿਰ ਤਰਨੀ। ਮਹਾਰਾਜ ਤੁਹਾਡੀ ਆਗਿਆ ਮੇਰੇ ਸਿਰ ਮੱਥੇ ਤੇ ਹੈ। ਅਸਨਹਿ ਗਮਤਾ ਮੋਰ ਨ ਕਰਨੀ। ਮੇਰੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਤੁਹਾਡੀ ਆਗਿਆ ਨੂੰ ਮੋੜ ਸਕਾਂ, ਕਿਉਂਕਿ ਤੁਹਾਡੇ ਹੁਕਮ ਦੇ ਅਧੀਨ ਹਾਂ। ਤੁਹਾਡੇ ਮਹਾਰਾਜ ਇਸ ਸੰਸਾਰ ਦੇ ਰਚਣ ਤੋਂ ਬਾਅਦ ਹੀ ਮੈਂ ਸੰਸਾਰ ਦੇ ਵਿੱਚ ਆਇਆ। ਚੌਥੇ ਨੰਬਰ ਤੇ ਮੇਰਾ ਆਉਣਾ ਹੋਇਆ ਹੈ। ਇਸ ਕਰਕੇ ਮੈਂ ਤੁਹਾਡੀ ਆਗਿਆ ਕਿਸ ਤਰ੍ਹਾਂ ਮੋੜ ਸਕਦਾ ਹਾਂ। ਦੋਹਰਾ ਏਕੰਕਾਰ ਆਇਸ ਮੁਝੈ, ਏਕੰਕਾਰ ਪ੍ਰਭੂ ਨੇ ਆਗਿਆ ਮੈਨੂੰ ਦਿੱਤੀ ਹੈ। ਸੋ ਤੁਮ ਕਹੋ ਸੁਨਾਏ। ਉਹ ਵੀ ਆਗਿਆ ਜੋ ਮੈਨੂੰ ਮਿਲੀ ਹੈ, ਜਾਂ ਜੋ ਮੇਰਾ ਰਾਜ ਹੈ, ਜੋ ਮੇਰੇ ਲੱਛਣ ਹਨ, ਜੋ ਸਤਜੁਗ ਸੀ, ਤ੍ਰੇਤਾ ਸੀ, ਦੁਆਪਰ ਸੀ, ਉਹ ਸਮੇਂ ਬੀਤ ਗਏ। ਹੁਣ ਕਲਯੁਗ ਦਾ ਸਮਾਂ ਮੇਰਾ ਸਮਾਂ ਹੈ। ਮੈਨੂੰ ਸਰਦਾਰੀ ਮਿਲੀ ਹੈ ਇਸ ਸਮੇਂ, ਮੈਂ ਆਪਣੇ ਲੱਛਣ ਦੱਸਦਾ ਹਾਂ। ਬੁੱਧ ਸਬਨ ਵਿਪਰੀਤ ਕਰ, ਸਾਰਿਆਂ ਦੀ ਬੁੱਧੀ ਜਿਹੜੀ ਉਲਟ ਕਰ ਦਿੱਤੀ ਹੈ। ਦੇਹੋ ਕੋ ਕਰਮ ਚਲਾਏ, ਸਾਰੇ ਜਿਹੜੇ ਕੋ ਕਰਮ ਕਰਨ ਲੱਗ ਪਏ, ਮਾੜੇ ਕਰਮ ਕਰਨ ਲੱਗ ਪਏ ਹਨ, ਤੇ ਬੁੱਧੀ ਜਿਹੜੀ ਮਤ ਉਹ ਪੁੱਠੀ ਹੋ ਚੁੱਕੀ ਹੈ। ਚੌਪਈ ਚੋਰੀ ਜਾਰੀ ਨਿੰਦਾ ਕੂਰੰ। ਚੋਰੀ ਵਿੱਚ ਲੱਗ ਗਏ, ਯਾਰੀ ਵਿੱਚ ਲੱਗ ਗਏ, ਨਿੰਦਾ ਕਰਨ ਲੱਗ ਪਏ ਤੇ ਝੂਠ ਬੋਲਦੇ ਹਨ। ਲੰਪਟ ਲੋਭੀ ਤ੍ਰਿਸ਼ਨਾ ਪੂਰੰ। ਮਨ ਲੋਭੀ ਹੋ ਗਏ, ਤ੍ਰਿਸ਼ਨਾ ਦੇ ਵਿੱਚ ਬਹੁਤੇ ਜਿਹੜੇ ਹਨ ਉਹ ਲੰਪਟ ਲੱਗੇ ਹਨ। ਬਾਟ ਪਾਰ ਸੋ ਸੂਰ ਕਹਾਵੈ। ਜਿਹੜੇ ਬਾਟ ਪਾਰ ਉਹ ਸੂਰਮੇ ਕਹਾਉਂਦੇ ਨੇ। ਬਾਟ ਪਾਰ ਹੁੰਦੇ ਨੇ ਲੁਟੇਰੇ। ਕਹਿੰਦੇ ਚੋਰੀ ਯਾਰੀ ਨਿੰਦਿਆ ਝੂਠ ਤੇ ਲੋਭ ਤੇ ਤ੍ਰਿਸ਼ਨਾ ਬਹੁਤ ਵਧਿਆ ਹੈ, ਤੇ ਜਿਹੜੇ ਬਾਟ ਪਾਰ ਜਿਹੜੇ ਲੁਟੇਰੇ ਹਨ ਉਹ ਸੂਰਮੇ ਕਹਾਉਣਗੇ। ਪਿਸ਼ਨ ਵੱਡੇ ਆਦਰ ਕੋ ਪਾਵਹਿ। ਪਿਸ਼ਨ ਕਹਿੰਦੇ ਨੇ ਨਿੰਦਕ ਨੂੰ, ਚੁਗਲ ਨੂੰ, ਤੇ ਚੁਗਲ ਬਹੁਤੇ ਆਦਰ ਪਾਉਣਗੇ। ਇਹ ਮੇਰਾ ਸਮਾਂ ਹੈ ਨਾ, ਤੇ ਹੁਣ ਮੇਰੇ ਸਮੇਂ ਦੇ ਵਿੱਚ ਲੋਕਾਂ ਦੀ ਮੱਤ ਜਿਹੜੀ ਉਲਟ ਹੋ ਚੁੱਕੀ ਹੈ। ਤੇ ਆਪਾਂ ਦੇਖਦੇ ਹੀ ਹਾਂ ਕਿ ਜਿਹੜਾ ਸਹੀ ਬੰਦਾ ਹੈ ਉਹਨੂੰ ਕੋਈ ਪੁੱਛਦਾ ਨਹੀਂ, ਤੇ ਜਿਹੜਾ ਚੁਗਲੀ ਬਹੁਤੀ ਕਰੇਗਾ ਉਹ ਬਹੁਤਾ ਆਦਰ ਪਾਉਂਦਾ। ਇਹਨੂੰ ਲਿਆ ਕੇ ਬਿਠਾਓ ਜੀ, ਇਹਦੀ ਗੱਲ ਸੁਣੋ। ਕਹਿੰਦਾ ਕਿ ਹੁਣ ਮੇਰਾ ਸਮਾਂ ਹੈ, ਪਿਸ਼ਨ ਵੱਡੇ ਆਦਰ ਕੋ ਪਾਵੇਂ। ਜਿਹੜੇ ਨਿੰਦਕ ਨੇ, ਚੁਗਲ ਨੇ, ਉਹ ਆਦਰ ਸਨਮਾਨ ਪਾਉਣਗੇ। ਬਹੁ ਬੋਲਤ ਸੇ ਗੁਣੀ ਕਹਾਵਹਿ। ਜਿਹੜੇ ਬਹੁਤਾ ਬੋਲਣ ਵਾਲੇ ਹਨ ਉਹ ਗੁਣੀ ਕਹਾਉਣਗੇ। ਕਹਿਣਗੇ ਜੀ ਇਹ ਬੜਾ ਵਿਦਵਾਨ ਹੈ, ਇਹਦੀ ਸੁਣੋ। ਭਾਵੇਂ ਪਤਾ ਹੀ ਹੋਵੇ ਕਿ ਇਹਨੂੰ ਆਉਂਦਾ ਕੁਝ ਵੀ ਨਹੀਂ ਹੈ, ਪਰ ਫਿਰ ਵੀ ਕਹਿਣਗੇ ਕਿ ਬਹੁਤੇ ਬੋਲਣ ਵਾਲੇ ਨੂੰ ਇਹ ਬੜਾ ਵਿਦਵਾਨ ਹੈ। ਸੱਚ ਕਹੈ ਤਿਸ ਸੱਠ ਠਹਿਰਾਵਹਿ। ਜਿਹੜਾ ਸੱਚ ਬੋਲਣ ਵਾਲਾ ਹੋਵੇਗਾ ਉਹਨੂੰ ਮੂਰਖ ਜਾਣਨਗੇ। ਗੁਨੀਅਨ ਕੇਰ ਨਿਰਾਦਰ ਹੋਊ। ਜਿਹੜੇ ਗੁਣੀ ਜਨ ਹੋਣਗੇ, ਵਿਦਵਾਨ ਜਨ ਹੋਣਗੇ, ਉਹਨਾਂ ਦਾ ਨਿਰਾਦਰ ਹੋਵੇਗਾ। ਭੂਪ ਨਿਕਟ ਬੈਠੈ ਸੱਠ ਜੋਊ। ਤੇ ਰਾਜਿਆਂ ਦੇ ਕੋਲ ਮੂਰਖ ਲੋਕ ਆ ਕੇ ਬੈਠਿਆ ਕਰਨਗੇ, ਤੇ ਰਾਜਿਆਂ ਦੀ ਮੱਤ ਵੀ ਜਿਹੜੀ ਉਲਟੀ ਕਰ ਦਿਆ ਕਰਨਗੇ। ਕਿ ਜਿਹੜੇ ਸਿਆਣੇ ਨੇ ਉਹਨਾਂ ਨੂੰ ਤਾਂ ਕਿਹਾ ਜਾਵੇਗਾ ਇਹ ਮੂਰਖ ਨੇ, ਪਰ ਜਿਹੜੇ ਮੂਰਖਾਂ ਨੂੰ ਰਾਜਿਆਂ ਦੇ ਕੋਲ ਜਾ ਕੇ ਬੈਠਣਗੇ ਉਹਨਾਂ ਦੇ ਮੰਤਰੀ ਬਣਨਗੇ। ਦੋਹਰਾ ਕਲਮਲ ਆਲੇ ਹੋਏ ਨਰ। ਇਹ ਕਲਯੁਗ ਦਾ ਜਿਹੜਾ ਘਰ ਮਨੁੱਖਾਂ ਦੀ ਬੁੱਧੀ ਵਿੱਚ ਆਇਆ ਹੈ। ਕਿਰਪਨ ਨਾ ਕਰਹੀ ਦਾਨ। ਪਾਪਾਂ ਦਾ ਘਰ ਮਨੁੱਖਾਂ ਦੀ ਬੁੱਧੀ ਹੈ। ਕਿਰਪਨ ਨਾ ਕਰਹੀ ਦਾਨ। ਇੰਨੇ ਕੰਜੂਸ ਹੋ ਜਾਣਗੇ ਕਿ ਸੂਮ ਬਣ ਕੇ ਦਾਨ ਨਹੀਂ ਕਰਨਗੇ। ਧਰਮ ਹੈ ਤੇ ਵਿਪਰੀਤ ਹੋਏ। ਧਰਮ ਤੋਂ ਉਲਟ ਚੱਲਣਗੇ। ਪਾਵਹਿ ਕਸ਼ਟ ਨਿਦਾਨ। ਅਖੀਰ ਨੂੰ ਇਹਦਾ ਬਹੁਤਾ ਜਿਹੜਾ ਫਲ ਹੈ ਉਹ ਅੰਤ ਨੂੰ ਨਿਦਾਨ ਕਸ਼ਟ ਪਾਉਣਗੇ। ਐਸੀ ਇਹ ਹਾਲਤ ਹੋਵੇਗੀ। ਇਹ ਕਲਯੁਗ ਨੇ ਆਪਣੇ ਲੱਛਣ ਜਿਹੜੇ ਇੱਥੇ ਦੱਸੇ ਹਨ।
ਰਹਿੰਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ, ਕਿਉਂਕਿ ਸਮਾਂ ਸਮਾਪਤੀ ਤੇ ਹੈ। ਜਿਸ ਤਰ੍ਹਾਂ ਇਹ ਆਪਣੇ ਲੱਛਣ ਦੱਸ ਕੇ ਫਿਰ ਸਤਿਗੁਰਾਂ ਨੂੰ ਬੇਨਤੀ ਕਰੇਗਾ ਕਿ ਮਹਾਰਾਜ ਜਿੱਥੇ ਤੁਹਾਡੇ ਸਿੱਖ ਨੇ, ਕਮਾਈ ਵਾਲੇ ਨੇ, ਪ੍ਰੇਮੀ ਸਿੱਖ ਨੇ, ਸੰਗਤ ਹੈ, ਉੱਥੇ ਮੈਂ ਜਿਹੜਾ ਹੈ ਉਹ ਨਹੀਂ ਆਵਾਂਗਾ, ਤੇ ਬਾਕੀ ਜਿਹੜੇ ਨਾਮ ਤੋਂ ਹੀਣੇ ਨੇ ਉਹਨਾਂ ਦੀ ਬੁੱਧੀ ਉਲਟ ਕਰਕੇ ਉਹਨਾਂ ਤੇ ਆਪਣਾ ਪ੍ਰਭਾਵ ਪਾਵਾਂਗਾ, ਤੇ ਅੰਤ ਨੂੰ ਉਹ ਕਸ਼ਟ ਪਾਉਣਗੇ ਤੇ ਜੰਮਦੇ ਮਰਦੇ ਰਹਿਣਗੇ। ਰਹਿੰਦਾ ਪ੍ਰਸੰਗ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਇੱਥੋਂ ਤੱਕ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਜੋ ਉਪਦੇਸ਼ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ ਹੈ, ਦਿੱਤੀ ਸਿੱਖਿਆ ਸਤਿਗੁਰਾਂ ਦੀ ਸਾਡੇ ਹਿਰਦਿਆਂ 'ਚ ਘਰ ਘਰ ਜਾਵੇ। ਮਹਾਰਾਜ ਕਿਰਪਾ ਕਰਨ, ਅੰਮ੍ਰਿਤ ਵੇਲਾ ਨਿਤਨੇਮ ਦੀ ਦਾਤ, ਸੰਗਤ ਕਰਨ ਦੀ ਦਾਤ ਸਾਨੂੰ ਬਖਸ਼ਣ, ਜਿਹਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੀਏ। ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਕਲਮਲ ਆਲੈ ਹੋਏ ਨਰ, ਕਿਰਪਨ ਨ ਕਰਹੀ ਦਾਨ। ਧਰਮ ਹੈ ਤੇ ਵਿਪਰੀਤ ਹੋਏ, ਪਾਵਹਿ ਕਸ਼ਟ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।